ਹੈਲੋ ਸਟੂਡੈਂਟਸ, YouTube ਚੈਨਲ ਲਰਨਰਸ ਬੋਹਾ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਬਹੁਤ ਸਾਰੇ ਸਟੂਡੈਂਟਸ ਮੇਰੇ ਨਾਲ ਇਸ ਚੈਨਲ ਦੇ ਥਰੂ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਤੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਬਾਇਓਲੋਜੀ ਦਾ ਇੱਕ ਬਹੁਤ ਹੀ ਇੰਪੋਰਟੈਂਟ ਯੂਨਿਟ ਪ੍ਰਿੰਸੀਪਲਸ ਆਫ ਇਨਹੈਰੀਟੈਂਸ ਐਂਡ ਵੇਰੀਏਸ਼ਨ ਕਰ ਰਹੇ ਹਾਂ। ਬੇਟਾ ਇਸ ਚੈਪਟਰ ਦੀ ਜਿੱਥੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਸ ਹੈ, ਉੱਥੇ ਜੇ ਅਸੀਂ ਜਨਰਲ ਨੌਲੇਜ ਦੀ ਗੱਲ ਕਰੀਏ, ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਅਸੀਂ ਬੈਠਦੇ ਹਾਂ ਜਿੱਥੇ ਸਾਨੂੰ ਇੱਕ ਜੀਕੇ ਦਾ ਪੋਰਸ਼ਨ ਆਉਂਦਾ ਹੈ, ਤਾਂ ਉਸ ਪੋਰਸ਼ਨ ਦੇ ਵਿੱਚ ਵੀ ਕਾਫੀ ਕੁਝ ਇਸ ਚੈਪਟਰ ਦੇ ਵਿੱਚੋਂ ਸਿੱਖਣ ਲਈ ਸਾਨੂੰ ਮਿਲਿਆ ਹੈ। ਸੋ ਹੁਣ ਅਸੀਂ ਇਸ ਚੈਪਟਰ ਦੇ ਬਿਲਕੁਲ ਲਾਸਟ ਦੇ ਵਿੱਚ ਹੈ। ਅੱਜ ਅਸੀਂ ਇਸ ਚੈਪਟਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਸੈਕਸ ਡਿਟਰਮੀਨੇਸ਼ਨ ਕਰਨਾ ਹੈ। ਇਹ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ, ਪੇਪਰਾਂ ਵਾਸਤੇ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਤੇ ਜੇ ਅਸੀਂ ਸਪੈਸੀਫਿਕਲੀ ਗੱਲ ਕਰੀਏ ਨੀਟ ਦੇ ਐਗਜ਼ਾਮ ਦੀ, ਤਾਂ ਪਿਛਲੇ ਸਾਲਾਂ ਦਾ ਜੇ ਇਤਿਹਾਸ ਵੇਖੀਏ ਤਾਂ ਇਸ ਚੈਪਟਰ ਦੇ ਵਿੱਚ ਇਸ ਟੌਪਿਕ ਦੇ ਵਿੱਚੋਂ ਸੈਕਸ ਡਿਟਰਮੀਨੇਸ਼ਨ ਦੇ ਵਿੱਚੋਂ ਸਾਨੂੰ ਕੋਈ ਨਾ ਕੋਈ ਕੁਐਸਚਨ ਜਿਹੜਾ ਹੈਗਾ ਉਹ ਜ਼ਰੂਰ ਮਿਲਦਾ ਹੈ। ਸੋ ਟੌਪਿਕ ਬੜਾ ਸਿੰਪਲ ਹੈ, ਸਮਝਣ ਵਾਲਾ ਟੌਪਿਕ ਹੈ। ਅੱਜ ਅਸੀਂ ਸਟਾਰਟ ਕਰ ਰਹੇ ਹਾਂ ਆਪਣਾ ਟੌਪਿਕ ਸੈਕਸ ਡਿਟਰਮੀਨੇਸ਼ਨ। ਸੋ ਬੇਟਾ ਅੱਜ ਦਾ ਸਾਡਾ ਟੌਪਿਕ ਹੈ ਸੈਕਸ ਡਿਟਰਮੀਨੇਸ਼ਨ। ਬੇਟਾ ਬਿਲਕੁਲ ਨਾਮ ਤੋਂ ਸਾਨੂੰ ਸਪਸ਼ਟ ਹੋ ਜਾਂਦਾ ਹੈ, ਕਲੀਅਰ ਹੋ ਜਾਂਦਾ ਹੈ ਕਿ ਅੱਜ ਅਸੀਂ ਪੜ੍ਹਨ ਕੀ ਜਾ ਰਹੇ ਹਾਂ। ਅਸੀਂ ਇਹ ਸਟੱਡੀ ਕਰਨਾ ਹੈ ਕਿ ਕਿਸੇ ਵੀ ਆਰਗੈਨਿਜ਼ਮ ਦੇ ਸੈਕਸ ਨੂੰ ਕਿਸ ਤਰੀਕੇ ਨਾਲ ਡਿਟਰਮਿਨ ਕੀਤਾ ਜਾਂਦਾ ਹੈ ਕਿ ਉਹ ਮੇਲ ਹੈ ਜਾਂ ਫੀਮੇਲ ਹੈ। ਜੈਨੇਟਿਕ ਲੈਵਲ 'ਤੇ ਅਸੀਂ ਜਾ ਕੇ ਗੱਲ ਕਰਨੀ ਹੈ ਕਿ ਮੇਲ ਅਤੇ ਫੀਮੇਲ ਦਾ ਜਿਹੜਾ ਐਕਸਟਰਨਲੀ ਸਾਨੂੰ ਜਿਹੜਾ ਪਤਾ ਲੱਗ ਰਿਹਾ ਹੈ, ਸੈਕਸ਼ੂਅਲ ਡਾਈਮੋਰਫਿਜ਼ਮ ਹੈ, ਜਿਸ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਦਿਸ ਇਜ਼ ਮੇਲ ਐਂਡ ਫੀਮੇਲ। ਬਟ ਬੇਟਾ ਕਿਸੇ ਵੀ ਇੰਡੀਵਿਜੂਅਲ ਦੇ ਵਿੱਚ ਇਸ ਚੀਜ਼ ਨੂੰ ਡਿਟਰਮਿਨ ਕਿਵੇਂ ਕੀਤਾ ਜਾਂਦਾ ਹੈ ਕਿ ਉਹ ਜੋ ਪ੍ਰੋਡਿਊਸ ਹੋ ਰਿਹਾ ਆਰਗੈਨਿਜ਼ਮ, ਜਿਹੜੇ ਯੰਗ ਵਨ ਨੇ ਬਰਥ ਲੈਣਾ ਜਿਸ ਨੇ, ਉਹ ਮੇਲ ਹੋਏਗਾ ਜਾਂ ਫੀਮੇਲ ਹੋਏਗਾ। ਉਸ ਨੂੰ ਡਿਟਰਮਿਨ ਕਰਨ ਦੇ ਲਈ ਅਸੀਂ ਉਸ ਦੇ ਜੈਨੇਟਿਕ ਲੈਵਲ ਦੇ ਉੱਤੇ ਜਾਵਾਂਗੇ। ਵੈਸੇ ਬੇਟਾ ਜੇ ਅਸੀਂ ਬਰੋਡਲੀ ਗੱਲ ਕਰੀਏ ਤਾਂ ਕਿਸੇ ਵੀ ਆਰਗੈਨਿਜ਼ਮ ਦੇ ਸੈਕਸ ਨੂੰ ਡਿਟਰਮਿਨ ਕਰਨ ਦੇ ਦੋ ਮੈਥਡਸ ਹੋ ਸਕਦੇ ਹੈ। ਇੱਕ ਤਾਂ ਬੇਟਾ ਇਹ ਹੋ ਸਕਦਾ ਹੈ ਕਿ ਉਸ ਦਾ ਜੈਨੇਟਿਕ ਸੈਕਸ ਡਿਟਰਮਿਨ ਕੀਤਾ ਜਾਂਦਾ ਹੈ ਕਿ ਜੈਨੇਟਿਕਸ ਦੇ ਬੇਸ 'ਤੇ, ਜੋ ਕਿ ਸਾਡਾ ਇੱਕ ਮੇਨ ਟੌਪਿਕ ਹੈ ਅੱਜ ਦਾ। ਦੂਸਰਾ ਬੇਟਾ ਸਾਡੇ ਕੋਲ ਹੋ ਜਾਂਦਾ ਇਨਵਾਇਰਮੈਂਟਲ ਸੈਕਸ ਡਿਟਰਮੀਨੇਸ਼ਨ। ਜੈਨੇਟਿਕ ਸੈਕਸ ਡਿਟਰਮੀਨੇਸ਼ਨ ਦੇ ਵਿੱਚ ਕੀ ਹੈ ਕਿ ਅਸੀਂ ਆਰਗੈਨਿਜ਼ਮ ਦਾ ਜੈਨੇਟਿਕ ਮੇਕਅਪ ਸਟੱਡੀ ਕਰਾਂਗੇ, ਉਸ ਦੇ ਕ੍ਰੋਮੋਸੋਮਸ ਬਾਰੇ ਸਟੱਡੀ ਕਰਾਂਗੇ ਕਿ ਉਹਦੇ ਕੋਲ ਕਿਹੜੇ ਕ੍ਰੋਮੋਸੋਮਸ ਹੈਗੇ ਹੈ, ਉਹਨਾਂ ਦੇ ਵਿੱਚੋਂ ਕਿਹੜਾ ਕ੍ਰੋਮੋਸੋਮ ਸੈਕਸ ਨੂੰ ਡਿਟਰਮਿਨ ਕਰਦਾ ਅਤੇ ਕਿਵੇਂ ਡਿਟਰਮਿਨ ਕਰਦਾ ਹੈ, ਉਹ ਸਭ ਇਸ ਦਾ ਮੈਕੈਨਿਜ਼ਮ ਹੈ। ਬਟ ਇਸ ਤੋਂ ਇਲਾਵਾ ਸਮਟਾਈਮਸ ਇਨਵਾਇਰਮੈਂਟਲ ਸੈਕਸ ਡਿਟਰਮੀਨੇਸ਼ਨ ਵੀ ਹੁੰਦੀ ਹੈ। ਇਹਦੇ ਵਿੱਚ ਜੈਨੇਟਿਕਸ ਨਹੀਂ ਡਿਸਾਈਡ ਕਰਦੇ, ਇਹਦੇ ਵਿੱਚ ਇਨਵਾਇਰਮੈਂਟ ਡਿਸਾਈਡ ਕਰਦਾ ਹੈ ਕਿ ਆਰਗੈਨਿਜ਼ਮ ਮੇਲ ਹੋਏਗਾ ਜਾਂ ਫੀਮੇਲ ਹੋਏਗਾ। ਦੇਖਣ ਨੂੰ ਸਾਨੂੰ ਬੜਾ ਹੀ ਅਜੀਬ ਲੱਗ ਰਿਹਾ ਹੈ। ਬਟ ਬੇਟਾ ਜੇ ਅਸੀਂ ਐਗਜ਼ਾਮਪਲ ਲਈਏ, ਜਿਵੇਂ ਸਨੈਪਿੰਗ ਟਰਟਲ ਦੀ ਗੱਲ ਕਰੀਏ, ਇਸ ਦੇ ਵਿੱਚ ਕੀ ਹੈ, ਜਿਹੜਾ ਐਗਸ ਦੀ ਹੈਚਿੰਗ ਦਾ ਟੈਂਪਰੇਚਰ ਹੈਗਾ, ਜੋ ਟੈਂਪਰੇਚਰ ਬੇਟਾ 28 ਡਿਗਰੀ ਤੋਂ ਨੀਚੇ ਰਹਿ ਜਾਂਦਾ ਹੈ, ਤਾਂ ਉਹ ਜਿੰਨੇ ਵੀ ਐਗਸ ਹੈਚ ਹੁੰਦੇ ਹੈ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਮੇਲ ਹੁੰਦੇ ਹੈ। ਅਤੇ ਜੇ ਟੈਂਪਰੇਚਰ ਉਹ 33 ਡਿਗਰੀ ਨੂੰ ਕ੍ਰੋਸ ਕਰ ਜਾਂਦਾ ਹੈ, 33 ਡਿਗਰੀ ਸੈਲਸੀਅਸ ਨੂੰ ਕ੍ਰੋਸ ਕਰ ਜਾਂਦਾ ਹੈ, ਤਾਂ ਜਿਹੜੇ ਐਗਸ ਹੈਚ ਹੁੰਦੇ ਨੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਫੀਮੇਲ ਆਰਗੈਨਿਜ਼ਮ ਪ੍ਰੋਡਿਊਸ ਹੁੰਦੇ ਹੈ। ਐਂਡ ਇਨ ਬਿਟਵੀਨ ਦਿਸ ਰੇਂਜ 28 ਐਂਡ 33 ਆਲਮੋਸਟ ਇਕੁਅਲ ਨੰਬਰ ਆਫ ਮੇਲ ਐਂਡ ਫੀਮੇਲ ਪ੍ਰੋਡਿਊਸ ਹੋ ਰਹੇ ਹੈ। ਇਹਦਾ ਮਤਲਬ ਇਸ ਦੇ ਵਿੱਚ ਉਹ ਜੈਨੇਟਿਕ ਮੇਕਅਪ ਤਾਂ ਦੋਨਾਂ ਦਾ ਸੇਮ ਸੀਗਾ, ਸਾਰਾ ਸੇਮ ਸੀ, ਬਟ ਡਿਪੈਂਡ ਕਿਸ ਗੱਲ 'ਤੇ ਕੀਤਾ ਕਿ ਉਸਦਾ ਟੈਂਪਰੇਚਰ ਕਿੰਨਾ ਸੀ ਐਗਸ ਦੀ ਹੈਚਿੰਗ ਦੇ ਟਾਈਮ 'ਤੇ, ਉਹ ਵੈਦਰ ਇਟ ਇਜ਼ ਬਿਲੋ ਦੈਨ 28 ਡਿਗਰੀ ਸੈਲਸੀਅਸ ਔਰ ਇਟ ਇਜ਼ ਹਾਇਰ ਦੈਨ 33 ਡਿਗਰੀ ਸੈਲਸੀਅਸ। ਸੋ ਇਸ ਗੱਲ ਨੂੰ ਲੈ ਕੇ ਪਤਾ ਲੱਗ ਜਾਂਦਾ ਸਾਨੂੰ ਕਿ ਉਹ ਆਰਗੈਨਿਜ਼ਮ ਮੇਲ ਹੋਏਗਾ ਜਾਂ ਫੀਮੇਲ। ਇਹ ਹੈ ਇਨਵਾਇਰਮੈਂਟਲ ਸੈਕਸ ਡਿਟਰਮੀਨੇਸ਼ਨ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਨੇ। ਲਾਈਕ ਇੱਕ ਮੈਰੀਨ ਵਰਮ ਦੇ ਵਿੱਚ ਲਾਰਵਾ ਦੀ ਅਸੀਂ ਗੱਲ ਕਰੀਏ, ਉਸ ਦਾ ਜਿਹੜਾ ਸਵਿਮਿੰਗ ਲਾਰਵਾ ਹੈ, ਸਵਿਮਿੰਗ ਲਾਰਵਾ ਦਾ ਆਪਣਾ ਕੋਈ ਸੈਕਸ ਨਹੀਂ ਹੁੰਦਾ, ਕੋਈ ਮੇਲ ਜਾਂ ਫੀਮੇਲ ਉਸਦਾ ਸੈਕਸ ਨਹੀਂ ਹੁੰਦਾ। ਬਟ ਬੇਟਾ ਜਦੋਂ ਉਹ ਸੈਟਲ ਹੁੰਦਾ ਹੈ, ਸੈਟਲ ਹੋਣ ਦੇ ਟਾਈਮ 'ਤੇ ਜੇ ਤਾਂ ਉਹ ਬੇਸ ਦੇ ਉੱਤੇ ਜਾ ਕੇ, ਗਰਾਊਂਡ ਦੇ ਉੱਤੇ ਜਾ ਕੇ ਇਕੱਲਾ ਹੀ ਸੈਟਲ ਹੋ ਜਾਂਦਾ ਹੈ, ਫਿਰ ਤਾਂ ਉਹ ਫੀਮੇਲ ਦੇ ਵਿੱਚ ਡਿਵੈਲਪ ਹੋ ਜਾਂਦਾ ਹੈ। ਜੇ ਉਹ ਕਿਸੇ ਐਗਜ਼ਿਸਟਿੰਗ ਫੀਮੇਲ ਦੇ, ਮਤਲਬ ਕਿ ਬੇਸ ਦੇ ਉੱਤੇ ਇੱਕ ਫੀਮੇਲ ਪਈ ਹੈ, ਉਸ ਦੇ ਨੇੜੇ ਜਾ ਕੇ ਸੈਟਲ ਹੋ ਜਾਂਦਾ ਹੈ, ਤਾਂ ਐਗਜ਼ਿਸਟਿੰਗ ਫੀਮੇਲ ਦੇ ਵਿੱਚੋਂ, ਪਹਿਲਾਂ ਵਾਲੀ ਫੀਮੇਲ ਦੇ ਵਿੱਚੋਂ ਕੁਝ ਕੁ ਕੈਮੀਕਲਸ ਆਉਂਦੇ ਹੈ ਜਿਹੜੇ ਇਸ ਨੂੰ ਮੇਲ ਦੇ ਵਿੱਚ ਡਿਵੈਲਪ ਕਰ ਦਿੰਦੇ ਹੈ। ਇਟ ਮੀਨਸ ਉਸ ਦਾ ਜੈਨੇਟਿਕ ਮੇਕਅਪ ਤਾਂ ਇੱਕੋ ਹੀ ਸੀ, ਉਹ ਸੇਮ ਜੈਨੇਟਿਕ ਮੇਕਅਪ ਵਾਲਾ ਆਰਗੈਨਿਜ਼ਮ ਮੇਲ ਦੇ ਵਿੱਚ ਵੀ ਡਿਵੈਲਪ ਹੋ ਸਕਦਾ ਹੈ, ਫੀਮੇਲ ਦੇ ਵਿੱਚ ਵੀ ਡਿਵੈਲਪ ਹੋ ਸਕਦਾ ਹੈ।
ਸਿਰਫ ਕਿਸ ਤਰੀਕੇ ਨਾਲ ਉਹ ਮੇਲ ਜਾਂ ਫੀਮੇਲ ਦੇ ਵਿੱਚ ਡਿਵੈਲਪ ਹੋ ਸਕਦਾ ਹੈ ਕਿ ਉਹ ਸੈਟਲ ਜਦੋਂ ਹੋ ਰਿਹਾ ਹੈ ਤਾਂ ਉਹ ਇਕੱਲਾ ਸੈਟਲ ਹੋ ਰਿਹਾ ਹੈ ਜਾਂ ਐਗਜ਼ਿਸਟਿੰਗ ਫੀਮੇਲ ਦੇ ਨੇੜੇ ਜਾ ਕੇ ਸੈਟਲ ਹੋ ਰਿਹਾ ਹੈ। ਸੋ ਇਸ ਤਰੀਕੇ ਨਾਲ ਬਹੁਤ ਸਾਰੇ ਇਨਵਾਇਰਮੈਂਟਲ ਫੈਕਟਰਸ ਰਹਿੰਦੇ ਹੈ ਜਿਹੜੇ ਕਿਸੇ ਆਰਗੈਨਿਜ਼ਮ ਦੇ ਸੈਕਸ ਨੂੰ ਡਿਟਰਮਿਨ ਕਰ ਸਕਦੇ ਹੈ। ਬਟ ਸਾਡਾ ਕੰਸਰਨ ਇੱਥੇ ਮੇਨ ਜੈਨੇਟਿਕ ਸੈਕਸ ਡਿਟਰਮੀਨੇਸ਼ਨ ਨਾਲ ਰਹੇਗਾ। ਸੋ ਇਸ ਦੇ ਵਿੱਚ ਬੇਟਾ ਜਦੋਂ ਅਸੀਂ ਜੈਨੇਟਿਕ ਸੈਕਸ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਵੇਖਦੇ ਹਾਂ ਕਿ ਸਾਡੇ ਕੋਲ ਬਹੁਤ ਸਾਰੇ ਕ੍ਰੋਮੋਸੋਮਸ ਹੁੰਦੇ ਹੈ। ਜਿਵੇਂ ਅਸੀਂ ਹੁਣ ਤੱਕ ਸਟੱਡੀ ਕੀਤਾ ਹੈ ਕਿ ਇੱਕ ਸੈੱਲ ਹੈਗਾ, ਸੈੱਲ ਦੇ ਵਿੱਚ ਨਿਊਕਲੀਅਸ ਹੈ, ਨਿਊਕਲੀਅਸ ਦੇ ਵਿੱਚ ਕ੍ਰੋਮੋਸੋਮਸ ਨੇ, ਕ੍ਰੋਮੋਸੋਮਸ ਦੇ ਵਿੱਚ ਕੀ ਹੈ DNA ਜਾਂ ਪ੍ਰੋਟੀਨ ਦਾ ਬਣਿਆ ਹੋਇਆ ਹੈ ਅਤੇ DNA ਜਿਹੜਾ ਅਲੱਗ-ਅਲੱਗ ਨਿਊਕਲੀਓਟਾਈਡਸ ਦਾ ਜਾਂ ਜੀਨਸ ਦਾ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ। ਤਾਂ ਜਿਹੜੇ ਬੇਟਾ ਕ੍ਰੋਮੋਸੋਮਸ ਹੈਗੇ ਨੇ ਉਹਨਾਂ ਕ੍ਰੋਮੋਸੋਮਸ ਦੇ ਉੱਤੇ ਪ੍ਰੈਜ਼ੈਂਟ ਜੀਨ ਸਾਡੀ ਬਾਡੀ ਦੇ ਅਲੱਗ-ਅਲੱਗ ਕਰੈਕਟਰਸ ਨੂੰ ਡਿਟਰਮਿਨ ਕਰਦੇ ਹੈ। ਅਸੀਂ ਆਲਰੇਡੀ ਇਹ ਗੱਲ ਪੜ੍ਹ ਚੁੱਕੇ ਹਾਂ। ਅਸੀਂ ਵੇਖਿਆ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਪਲਾਂਟਸ ਦੇ ਵਿੱਚ ਵੀ ਦੇਖਿਆ ਕਿ ਅਲੱਗ-ਅਲੱਗ ਤਰ੍ਹਾਂ ਦਾ ਕਲਰ ਕਿਸ ਤਰ੍ਹਾਂ ਡਿਟਰਮਿਨ ਹੁੰਦਾ ਹੈ। ਹਿਊਮਨ ਬੀਇੰਗਸ ਦੇ ਵਿੱਚ ਅਸੀਂ ਸਕਿਨ ਕਲਰ ਦੀ ਗੱਲ ਕੀਤੀ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੇਟਾ ਡਿਟਰਮਿਨ ਕੀਤਾ ਜਾਂਦਾ ਕਿਹਦੇ ਥਰੂ ਕੀਤਾ ਜਾਂਦਾ ਹੈ? ਕ੍ਰੋਮੋਸੋਮਸ ਦੇ ਥਰੂ। ਤਾਂ ਸਾਡੀ ਬਾਡੀ ਦੇ ਵਿੱਚ ਪ੍ਰੈਜ਼ੈਂਟ ਇਹੋ ਜਿਹੇ ਕ੍ਰੋਮੋਸੋਮਸ ਵਿਚ ਕੰਟਰੋਲ ਆਲ ਦਾ ਕਰੈਕਟਰਸ ਐਕਸੈਪਟ ਸੈਕਸ। ਸਿਰਫ ਮੇਲ ਅਤੇ ਫੀਮੇਲ ਨੂੰ ਛੱਡ ਦਿਓ ਵੀ, ਉਹਨਾਂ ਨੂੰ ਛੱਡ ਕੇ ਸਿਰਫ ਸੈਕਸ ਡਿਟਰਮੀਨੇਸ਼ਨ ਨੂੰ ਛੱਡ ਕੇ ਬਾਕੀ ਬਾਡੀ ਦੇ ਜਿੰਨੇ ਵੀ ਕਰੈਕਟਰਸ ਹੈਗੇ ਨੇ ਉਹਨਾਂ ਸਾਰੇ ਕਰੈਕਟਰਸ ਨੂੰ ਕੰਟਰੋਲ ਕਰਨ ਵਾਲੇ ਜਿਹੜੇ ਕ੍ਰੋਮੋਸੋਮਸ ਹੈਗੇ ਨੇ ਉਹਨਾਂ ਨੂੰ ਅਸੀਂ ਆਟੋਸੋਮਲ ਕ੍ਰੋਮੋਸੋਮਸ ਜਾਂ ਆਟੋਸੋਮਸ ਬੋਲਦੇ ਹਾਂ। ਅਤੇ ਡਿਪਲੋਇਡ ਆਰਗੈਨਿਜ਼ਮਸ ਦੇ ਵਿੱਚ ਜਿਹੜਾ ਬੇਟਾ ਆਉਂਦਾ ਸੈਕਸ ਕਿ ਸੈਪਰੇਟ ਸੈਕਸ ਹੁੰਦਾ ਮੇਲ ਹੈ ਕਿ ਫੀਮੇਲ ਹੈ, ਇਸ ਨੂੰ ਡਿਟਰਮਿਨ ਕਰਨ ਲਈ ਕ੍ਰੋਮੋਸੋਮਸ ਦਾ ਜਿਹੜਾ ਪੇਅਰ ਹੈਗਾ ਉਸ ਨੂੰ ਅਸੀਂ ਬੋਲਦੇ ਹਾਂ ਸੈਕਸ ਕ੍ਰੋਮੋਸੋਮਸ ਔਰ ਐਲੋਸੋਮਸ। ਔਰ ਵੀ ਕੈਨ ਸੇ ਕਿ ਸਾਡੀ ਬਾਡੀ ਦੇ ਵਿੱਚ ਪ੍ਰੈਜ਼ੈਂਟ ਸਾਰੇ ਕ੍ਰੋਮੋਸੋਮਸ ਨੂੰ ਮੈਂ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰੂੰਗਾ। ਐਲੋਸੋਮਸ ਜਿਹੜੇ ਇਹ ਡਿਟਰਮਿਨ ਕਰਨਗੇ ਕਿ ਆਰਗੈਨਿਜ਼ਮ ਮੇਲ ਹੈ ਕਿ ਫੀਮੇਲ ਹੈ। ਆਟੋਸੋਮਸ ਜਿਹੜੇ ਉਸ ਆਰਗੈਨਿਜ਼ਮ ਦੇ ਵੈਦਰ ਦੈਟ ਇਜ਼ ਮੇਲ ਔਰ ਫੀਮੇਲ ਉਸ ਆਰਗੈਨਿਜ਼ਮ ਦੇ ਬਾਕੀ ਸਾਰੇ ਕਰੈਕਟਰਸ ਨੂੰ ਡਿਸਾਈਡ ਕਰਨਗੇ, ਉਹਨਾਂ ਨੂੰ ਅਸੀਂ ਬੋਲਾਂਗੇ ਬੇਟਾ ਆਟੋਸੋਮਸ। ਤਾਂ ਬੇਟਾ ਹੁਣ ਆਪਣੇ ਕੋਲੇ ਜੇ ਹਿਊਮਨ ਬਾਡੀ ਦੀ ਗੱਲ ਕਰੀਏ ਸਾਡੇ ਕੋਲ 23 ਪੇਅਰਸ ਹੈਗੇ ਹੈ। ਇਹਨਾਂ 23 ਪੇਅਰਸ ਆਫ ਕ੍ਰੋਮੋਸੋਮਸ ਦੇ ਵਿੱਚੋਂ 22 ਪੇਅਰਸ ਜਿਹੜੇ ਹੈਗੇ ਹੈ ਉਹ ਤਾਂ ਡਿਟਰਮਿਨ ਕਰਦੇ ਨੇ ਬਾਡੀ ਦੇ ਬਾਕੀ ਸਾਰੇ ਕਰੈਕਟਰਸ। ਇਹਦਾ ਮਤਲਬ ਉਹ ਤਾਂ ਹੋ ਗਏ ਆਟੋਸੋਮਸ। ਇੱਕ ਪੇਅਰ ਜਿਹੜਾ ਹੈਗਾ ਉਹਦਾ ਕੰਮ ਸਿਰਫ ਇਸ ਗੱਲ ਨੂੰ ਡਿਟਰਮਿਨ ਕਰਨਾ ਹੈ ਕਿ ਵੈਦਰ ਉਹ ਆਰਗੈਨਿਜ਼ਮ ਮੇਲ ਹੋਏਗਾ ਕਿ ਫੀਮੇਲ ਹੋਏਗਾ, ਤਾਂ ਅਸੀਂ ਉਸ ਨੂੰ ਬੋਲਾਂਗੇ ਐਲੋਸੋਮਸ। ਤਾਂ ਮੈਂ ਉਮੀਦ ਕਰਦਾ ਕਿ ਮੇਰੀ ਗੱਲ ਸਮਝ ਲੱਗ ਰਹੀ ਹੋਏਗੀ ਕਿਉਂਕਿ ਅਸੀਂ ਜਸਟ ਹਜੇ ਟੌਪਿਕ ਸਟਾਰਟ ਕਰਨਾ ਹੈ। ਹੁਣ ਤੱਕ ਜਿੰਨਾ ਵੀ ਮੈਂ ਦੱਸਿਆ ਹੈ ਆਪਣੇ ਟੌਪਿਕ ਨੂੰ ਅੱਗੇ ਲੈ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਫਿਰ ਦੱਸਣਾ ਚਾਹੁੰਦਾ ਕਿ ਸਾਡੀ ਬਾਡੀ ਦੇ ਵਿੱਚ ਬਹੁਤ ਸਾਰੇ ਕ੍ਰੋਮੋਸੋਮਸ ਹੁੰਦੇ ਨੇ। ਉਹਨਾਂ ਕ੍ਰੋਮੋਸੋਮਸ ਦੀ ਜੇ ਅਸੀਂ ਗੱਲ ਕਰੀਏ ਉਹਨਾਂ ਕ੍ਰੋਮੋਸੋਮਸ ਦੇ ਵਿੱਚੋਂ ਕੁਝ ਕੁ ਕ੍ਰੋਮੋਸੋਮਸ ਜਿਹੜੇ ਹੈਗੇ ਨੇ ਉਹ ਬਾਡੀ ਦੇ ਸਾਰੇ ਕਰੈਕਟਰਸ ਨੂੰ ਡਿਟਰਮਿਨ ਕਰਦੇ ਨੇ ਐਕਸੈਪਟ ਵਨ ਪੇਅਰ। ਸਿਰਫ ਇੱਕ ਪੇਅਰ ਨੂੰ ਛੱਡ ਕੇ ਬਾਕੀ ਸਾਰੇ ਕ੍ਰੋਮੋਸੋਮਸ ਬਾਡੀ ਦੇ ਕਰੈਕਟਰਸ ਨੂੰ ਡਿਟਰਮਿਨ ਕਰ ਰਹੇ ਨੇ। ਜਿਹੜੇ ਉਹ ਬਾਡੀ ਦੇ ਕਰੈਕਟਰਸ ਨੇ ਲਾਈਕ ਬਾਡੀ ਦਾ ਕੰਪਲੈਕਸ਼ਨ ਕਿਹੋ ਜਿਹਾ ਹੈ, ਬਾਡੀ ਦਾ ਆਈ ਜਿਹੜਾ ਹੈਗਾ ਕਲਰ ਕਿਸ ਤਰ੍ਹਾਂ ਦਾ, ਬਾਡੀ ਦਾ ਸਕਿਨ ਕਲਰ ਜਿਹੜਾ ਹੈਗਾ ਉਹ ਆ ਗਿਆ, ਜਾਂ ਬਾਡੀ ਦੇ ਹੋਰ ਬਹੁਤ ਸਾਰੇ ਕਰੈਕਟਰਸ ਆ ਜਾਂਦੇ ਨੇ। ਉਹਨਾਂ ਸਾਰੇ ਕਰੈਕਟਰਸ ਨੂੰ ਡਿਟਰਮਿਨ ਕਰਨ ਵਾਲੇ ਕ੍ਰੋਮੋਸੋਮਸ ਨੂੰ ਅਸੀਂ ਬੋਲ ਰਹੇ ਹਾਂ ਆਟੋਸੋਮਸ। ਸਿਰਫ ਇੱਕ ਪੇਅਰ ਜਿਹੜਾ ਇਹ ਡਿਟਰਮਿਨ ਕਰ ਰਿਹਾ ਕਿ ਉਹ ਮੇਲ ਹੈ ਕਿ ਫੀਮੇਲ ਹੈ, ਅਸੀਂ ਉਸ ਨੂੰ ਬੋਲ ਰਹੇ ਹਾਂ ਐਲੋਸੋਮਸ। ਸੋ ਇਹ ਬੇਟਾ ਆਪਣੇ ਕੋਲ ਆ ਜਾਂਦਾ ਹੈ। ਤਾਂ ਹੁਣ ਇਸ ਦੇ ਵਿੱਚ ਥੋੜ੍ਹਾ ਜਿਹਾ ਜੇ ਅਸੀਂ ਦੇਖੀਏ ਸਕਰੀਨ ਦੇ ਉੱਤੇ ਤੁਹਾਨੂੰ ਇੱਕ ਜਿਹੜਾ ਡਾਇਗਰਾਮ ਦਿਖਾਈ ਦੇ ਰਿਹਾ ਹੈ, ਇਸ ਦੇ ਵਿੱਚ ਸਾਡੀ ਬਾਡੀ ਦੇ ਸਾਰੇ ਕ੍ਰੋਮੋਸੋਮਸ ਨੇ। ਇੱਥੋਂ ਤੱਕ ਜੇ ਦੇਖੀਏ ਮੈਂ ਤੁਹਾਨੂੰ ਕਿਹਾ ਕਿ 23 ਪੇਅਰਸ ਹੈਗੇ ਨੇ। 23 ਪੇਅਰਸ ਇੱਥੇ ਸਾਰੇ ਦੇ ਸਾਰੇ ਡਰਾ ਕੀਤੇ ਹੋਏ ਹੈ। ਐਕਚੁਅਲ ਪੋਜੀਸ਼ਨ ਨਿਊਕਲੀਅਸ ਦੀ ਨਹੀਂ ਹੈਗੀ। ਇਹ ਨਿਊਕਲੀਅਸ ਦੇ ਵਿੱਚ ਕ੍ਰੋਮੋਸੋਮਸ ਜਿਹੜੇ ਹੋਮੋਲੋਗਸ ਕ੍ਰੋਮੋਸੋਮਸ ਨੇ ਉਹ ਆਪਣੇ ਪੇਅਰਸ ਦੇ ਵਿੱਚ ਨੇੜੇ ਤੇੜੇ ਹਮੇਸ਼ਾ ਨਹੀਂ ਪ੍ਰੈਜ਼ੈਂਟ ਹੈਗੇ। ਤੁਹਾਨੂੰ ਮੈਂ ਦੱਸਿਆ ਵੀ ਸੀ ਕਿ ਮਿਓਸਿਸ ਦੇ ਵਿੱਚ ਜਦੋਂ ਕ੍ਰਾਸਿੰਗ ਓਵਰ ਹੁੰਦੀ ਉਸ ਟਾਈਮ ਦੇ ਉੱਤੇ ਕਿਵੇਂ ਉਹ ਪੇਅਰਸ ਦੇ ਵਿੱਚ ਅਰੇਂਜ ਹੋ ਜਾਂਦੇ ਹੈ। ਅਦਰਵਾਈਜ਼ ਉਹ ਪੇਅਰਸ ਦੇ ਵਿੱਚ ਅਰੇਂਜ ਨਹੀਂ ਹੈਗੇ। ਉਹ ਕ੍ਰੋਮੈਟਿਨ ਜਿਹੜਾ ਹੈਗਾ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਣੇ ਕੋਲੇ ਨਿਊਕਲੀਅਸ ਦੀ ਪੋਜੀਸ਼ਨ ਹੈ ਜਿਹਦੇ ਵਿੱਚ ਸਾਨੂੰ ਕੁਝ ਵੀ ਕਲੀਅਰ ਨਹੀਂ ਹੋ ਰਿਹਾ ਕਿ ਕਿਹੜਾ ਕ੍ਰੋਮੋਸੋਮ ਕਿੱਥੇ ਪ੍ਰੈਜ਼ੈਂਟ ਹੈ। ਬਟ ਬੇਟਾ ਜੇ ਅਸੀਂ ਸਿਰਫ ਉਹਨਾਂ ਨੂੰ ਸਟੱਡੀ ਕਰਨਾ ਹੈ, ਸਟੱਡੀ ਕਰਨ ਦੇ ਲਈ ਅਸੀਂ ਕ੍ਰੋਮੋਸੋਮਸ ਨੂੰ ਪੇਅਰਸ ਦੇ ਵਿੱਚ ਅਰੇਂਜ ਕਰਕੇ ਇਸ ਤਰ੍ਹਾਂ ਦਾ ਜੇ ਇੱਕ ਚਾਰਟ ਬਣਾ ਲਈਏ, ਇੱਕ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਦੇ ਦਈਏ ਜਿਹ 'ਚ ਸਾਰੇ ਅਸੀਂ ਕ੍ਰੋਮੋਸੋਮਸ ਨੂੰ ਉਹਨਾਂ ਦੇ ਪੇਅਰਸ ਦੇ ਅਕੋਰਡਿੰਗਲੀ ਲਗਾਇਆ ਹੋਇਆ, ਤਾਂ ਇਸ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਨੂੰ ਅਸੀਂ ਬੋਲਦੇ ਹਾਂ ਕੈਰੀਓਟਾਈਪ। ਸੋ ਇੱਕ ਪਿਕਚਰ ਹੈਗੀ ਹੈ ਜਿਹਦੇ ਵਿੱਚ ਕ੍ਰੋਮੋਸੋਮਸ ਨੂੰ ਉਹਨਾਂ ਦੀ ਕੰਡੈਂਸਡ ਫਾਰਮ ਦੇ ਵਿੱਚ ਦਿਖਾਇਆ ਜਾਂਦਾ, ਅਸੀਂ ਉਸ ਨੂੰ ਕੈਰੀਓਟਾਈਪ ਬੋਲਦੇ ਹਾਂ। ਇਸ ਕੈਰੀਓਟਾਈਪ ਦੇ ਵਿੱਚ ਬੇਟਾ ਜੇ ਦੇਖੀਏ ਅਸੀਂ ਪੇਅਰ 1 ਦੇਖੋ ਕਿ ਇਹਦੇ ਦੋਨੇ ਕ੍ਰੋਮੋਸੋਮਸ ਇੱਕੋ ਜਿਹੇ ਹੈ। ਯੈਸ, ਪੇਅਰ 2, ਪੇਅਰ 3, ਪੇਅਰ 4, ਪੇਅਰ 5, ਪੇਅਰ 6, 7 ਐਂਡ ਸੋ ਔਨ। ਅਸੀਂ ਅਰੇਂਜ ਕਰਦੇ 23 ਪੇਅਰਸ ਤੱਕ ਅਰੇਂਜ ਕਰ ਲਏ।
ਇਹਦੇ ਵਿੱਚੋਂ ਜਿਹੜੇ ਆਪਣੇ ਕੋਲੇ ਪਹਿਲੇ 22 ਪੇਅਰਸ ਹੈਗੇ ਨੇ ਇੱਥੋਂ ਤੱਕ ਦੇ, ਇਹ ਸਾਰੇ 22 ਪੇਅਰਸ ਜਿਹੜੇ ਬਾਡੀ ਦੇ ਵੇਰੀਅਸ ਕਰੈਕਟਰਸ, ਅਲੱਗ-ਅਲੱਗ ਕਰੈਕਟਰਸ ਨੂੰ ਡਿਟਰਮਿਨ ਕਰ ਰਹੇ ਹੈ। ਇਹਦਾ ਮਤਲਬ ਇਹ ਸਾਰੇ ਕੀ ਨੇ, ਆਟੋਸੋਮਸ ਨੇ। ਸਿਰਫ ਇੱਕ ਪੇਅਰ, ਜਿਹੜਾ ਇੱਕ ਪੇਅਰ ਸਾਡੇ ਕੋਲ ਇੱਥੇ ਪ੍ਰੈਜ਼ੈਂਟ ਹੈ, ਲਾਸਟ 23rd ਪੇਅਰ ਜਿਹੜਾ ਹੈਗਾ ਜਿਹਦੇ ਵਿੱਚ 2 ਕ੍ਰੋਮੋਸੋਮਸ ਦਿਖਾਏ ਹੋਏ ਹੈ, ਇਹ ਦੋਨੋਂ ਕ੍ਰੋਮੋਸੋਮ ਇਹ ਪੇਅਰ ਬਾਡੀ ਦੇ ਸੈਕਸ ਨੂੰ ਡਿਟਰਮਿਨ ਕਰ ਰਹੇ ਕਿ ਉਹ ਮੇਲ ਹੈ ਕਿ ਫੀਮੇਲ ਹੈ। ਸੋ ਦੀਜ਼ ਆਰ ਕਾਲਡ ਐਲੋਸੋਮਸ। ਸੋ ਇਹ ਬਟ ਆਪਣੇ ਕੋਲ ਅਲੱਗ-ਅਲੱਗ ਕ੍ਰੋਮੋਸੋਮਸ ਦੀ ਗੱਲ ਆ ਗਈ। ਹੁਣ ਜਿਹੜੇ ਇਹ ਐਲੋਸੋਮਸ ਹੈਗੇ ਨੇ ਜਿਹੜੇ ਸੈਕਸ ਡਿਟਰਮਿਨ ਕਰ ਰਹੇ ਹੈ, ਇਹ ਕ੍ਰੋਮੋਸੋਮਸ ਜਿਹੜੇ ਹੈਗੇ ਨੇ ਉਹ ਸੇਮ ਵੀ ਹੋ ਸਕਦੇ ਨੇ ਜਾਂ ਡਿਫਰੈਂਟ ਵੀ ਹੋ ਸਕਦੇ ਨੇ। ਜਿਵੇਂ ਅਸੀਂ ਗੱਲ ਕਰੀਏ ਹਿਊਮਨ ਫੀਮੇਲ ਦੀ, ਹਿਊਮਨ ਫੀਮੇਲ ਦੇ ਵਿੱਚ ਉਹ ਦੋਨੋਂ ਸੇਮ ਹੋਣਗੇ, ਬਟ ਜੇ ਮੇਲ ਦੀ ਗੱਲ ਕਰੀਏ ਉਹਦੇ ਵਿੱਚ ਦੋਨੋਂ ਅਲੱਗ-ਅਲੱਗ ਹੋਣਗੇ। ਸਕਰੀਨ ਦੇ ਉੱਤੇ ਜੋ ਮੈਂ ਤੁਹਾਨੂੰ ਦਿਖਾਇਆ ਹੈ, ਇਹਦੇ ਵਿੱਚ ਇਸ ਡਾਇਗਰਾਮ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਦੋਨੋਂ ਕ੍ਰੋਮੋਸੋਮਸ ਅਲੱਗ-ਅਲੱਗ ਹੈਗੇ ਨੇ, ਬਟ ਇਹ ਹਮੇਸ਼ਾ ਸਹੀ ਨਹੀਂ ਹੋਏਗਾ। ਇਹ ਸੇਮ ਵੀ ਹੋ ਸਕਦੇ ਨੇ। ਇਫ ਦੀਜ਼ ਆਰ ਸੇਮ ਤਾਂ ਉਹ ਫੀਮੇਲ ਹੈ, ਇਫ ਦੀਜ਼ ਆਰ ਡਿਫਰੈਂਟ ਤਾਂ ਕੀ ਆ, ਉਹ ਮੇਲ ਹੈ। ਇਸ ਨੂੰ ਅੱਗੇ ਡਿਟੇਲ ਦੇ ਵਿੱਚ ਅਸੀਂ ਐਕਸਪਲੇਨ ਕਰਾਂਗੇ। ਤਾਂ ਮੈਂ ਤੁਹਾਨੂੰ ਜਸਟ ਇੱਕ ਐਲੀਮੈਂਟਰੀ ਆਈਡੀਆ ਦਿੱਤਾ ਹੈ ਕਿ ਆਟੋਸੋਮਸ ਕੀ ਹੁੰਦੇ ਨੇ, ਐਲੋਸੋਮਸ ਕੀ ਹੁੰਦੇ ਨੇ। ਕੈਰੀਓਟਾਈਪ ਦੇ ਥਰੂ ਅਸੀਂ ਆਟੋਸੋਮਸ ਤੇ ਐਲੋਸੋਮਸ ਬਾਰੇ ਪੜ੍ਹਿਆ ਹੈ। ਅੱਗੇ ਮੂਵ ਕਰਨ ਤੋਂ ਪਹਿਲਾਂ ਲਾਸਟ ਸਕਰੀਨ ਦੇ ਉੱਤੇ ਮੈਂ ਇੱਕ ਲਾਸਟ ਲਾਈਨ ਲਿਖੀ ਸੀਗੀ, ਉਹ ਤੁਹਾਨੂੰ ਮੈਂ ਐਕਸਪਲੇਨ ਨਹੀਂ ਕੀਤੀ, ਹੁਣ ਉਹ ਸਮਝ ਲੱਗ ਜਾਏਗੀ। ਇਹਦੇ ਵਿੱਚ ਕੀ ਹੈ, ਦ 2 ਮੈਂਬਰਸ ਆਫ ਈਚ ਪੇਅਰ ਆਫ ਹੋਮੋਲੋਗਸ ਆਟੋਸੋਮਸ। ਆਟੋਸੋਮਸ ਦੀ ਜਿਹੜੀ ਹੈਗੀ ਹੈ ਗੱਲ ਹੋ ਰਹੀ ਹੈ ਬੇਟਾ। ਆਟੋਸੋਮਸ ਜਿਹੜੇ ਉੱਪਰਲੇ 22 ਪੇਅਰਸ ਪਏ ਸੀ, ਇਹ 'ਚ ਹੋਮੋਲੋਗਸ ਕ੍ਰੋਮੋਸੋਮ ਦੇ ਜਿਹੜੇ ਦੋਨੋਂ ਮੈਂਬਰਸ ਨੇ, ਦੀਜ਼ ਆਰ ਸਿਮਿਲਰ ਇਨ ਸਾਈਜ਼ ਐਂਡ ਸ਼ੇਪ। ਇਹਨਾਂ ਦਾ ਸਾਈਜ਼ ਤੇ ਸ਼ੇਪ ਜਿਹੜਾ ਹੈਗਾ ਬਿਲਕੁਲ ਸੇਮ ਹੈ। ਬਟ ਦਿਸ ਮੇ ਨਾਟ ਬੀ ਟਰੂ ਫॉर ਸੈਕਸ ਕ੍ਰੋਮੋਸੋਮਸ। ਬਟ ਇਹ ਗੱਲ ਜਿਹੜੀ ਹੈਗੀ ਐਲੋਸੋਮਸ ਦੇ ਉੱਤੇ ਐਪਲੀਕੇਬਲ ਨਹੀਂ ਹੁੰਦੀ। ਐਲੋਸੋਮਸ ਦੇ ਉੱਤੇ ਇਹ ਸੇਮ ਹੋ ਵੀ ਸਕਦੇ ਨੇ ਅਤੇ ਸੇਮ ਨਹੀਂ ਵੀ ਹੋ ਸਕਦੇ। ਜੇ ਮੈਂ ਹੁਣੇ ਐਕਸਪਲੇਨ ਕੀਤਾ ਕਿ ਉਹ ਫੀਮੇਲ ਹੈ ਤਾਂ ਸੇਮ ਨੇ, ਅਦਰਵਾਈਜ਼ ਕੀ ਆ ਉਹ ਮੇਲ ਦੇ ਵਿੱਚ ਕੀ ਨੇ, ਉਹ ਡਿਫਰੈਂਟ ਹੈਗੇ ਆ। ਤਾਂ ਹੁਣ ਬੇਟਾ ਇਸੇ ਬੇਸ ਦੇ ਉੱਤੇ ਕਿ ਉਹ ਜਿਹੜੇ ਕ੍ਰੋਮੋਸੋਮਸ ਨੇ ਉਹ ਸੇਮ ਨੇ ਕਿ ਅਲੱਗ-ਅਲੱਗ ਨੇ, ਅਸੀਂ ਆਰਗੈਨਿਜ਼ਮਸ ਨੂੰ 2 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਹੋਮੋਗੈਮੇਟਿਕ ਐਂਡ ਹੈਟਰੋਗੈਮੇਟਿਕ। ਹੋਮੋਗੈਮੇਟਿਕ ਉਹ ਆਰਗੈਨਿਜ਼ਮਸ ਹੋਣਗੇ ਜਿਨ੍ਹਾਂ ਦੇ ਜਿਹੜੇ ਸੈਕਸ ਕ੍ਰੋਮੋਸੋਮਸ ਹੈਗੇ ਨੇ, ਐਲੋਸੋਮਸ ਹੈਗੇ ਨੇ, ਇਹ ਸੇਮ ਤਰ੍ਹਾਂ ਦੇ ਨੇ। ਜੇ ਐਲੋਸੋਮ ਸੇਮ ਤਰ੍ਹਾਂ ਦੇ ਨੇ ਤਾਂ ਬੇਟਾ ਇਹਨਾਂ ਦੇ ਗੈਮੀਟਸ ਵੀ ਤਾਂ ਸੇਮ ਤਰ੍ਹਾਂ ਦੇ ਬਣਨਗੇ। ਗੈਮੀਟ ਸੇਮ ਤਰ੍ਹਾਂ ਦੇ ਕਿਵੇਂ ਬਣਨਗੇ, ਲਾਸਟ 'ਤੇ ਆ ਜਾਓ ਤੁਸੀਂ। ਇਹ ਆਪਣੇ ਕੋਲ ਕੈਰੀਓਟਾਈਪ ਹੈ। ਇਸ ਕੈਰੀਓਟਾਈਪ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਆਰਗੈਨਿਜ਼ਮ ਦੇ ਗੈਮੀਟਸ ਬਣ ਜਾ ਰਹੇ ਹੈ। ਜਦੋਂ ਗੈਮੀਟਸ ਬਣਨਗੇ ਤਾਂ ਕਿਹੜੀ ਡਿਵੀਜ਼ਨ ਹੋਏਗੀ, ਮੇਸਿਸ ਹੋਏਗੀ। ਤਾਂ ਇੱਥੇ ਸਾਡੇ ਕੋਲ ਕੀ ਹੈ, 23 ਪੇਅਰਸ ਨੇ। 23 ਪੇਅਰਸ ਦਾ ਮਤਲਬ 46 ਕ੍ਰੋਮੋਸੋਮਸ ਨੇ। ਜੇ ਮੈਂ ਇਹਦੇ ਗੈਮੀਟਸ ਬਣਾਊਂਗਾ, ਗੈਮੀਟਸ ਬਣਾਉਣ ਦੇ ਟਾਈਮ 'ਤੇ 23 ਐਂਡ 23 ਕ੍ਰੋਮੋਸੋਮਸ ਆ ਜਾਣਗੇ। ਇਹਨਾਂ 23 ਕ੍ਰੋਮੋਸੋਮਸ ਨੂੰ ਮੈਂ ਐਵੇਂ ਵੀ ਲਿਖ ਸਕਦਾ 22+1, ਇਹਨਾਂ ਨੂੰ ਵੀ ਲਿਖ ਸਕਦਾ 22+1। ਸਮਝ ਲੱਗ ਜਾਣਾ ਚਾਹੀਦਾ ਕਿ 22+1 ਕਿਉਂ ਲਿਖਿਆ, ਕਿਉਂਕਿ 22 ਆਟੋਸੋਮ ਹੈ ਅਤੇ 1 ਕੀ ਹੈ, ਐਲੋਸੋਮ ਹੈ। 22 ਆਟੋਸੋਮ ਹੈ ਅਤੇ 1 ਕੀ ਹੈ, ਐਲੋਸੋਮ ਹੈ। ਹੁਣ ਜੇ ਅਸੀਂ ਆਟੋਸੋਮਸ ਦੀ ਗੱਲ ਕਰੀਏ, ਕਿਉਂਕਿ ਇੱਕ ਹੋਮੋਲੋਗਸ ਪੇਅਰ ਜਿਹੜਾ ਹੈਗਾ ਉਸ ਪੇਅਰ ਦੇ ਦੋਨੋਂ ਕ੍ਰੋਮੋਸੋਮਸ ਇੱਕ ਦੂਜੇ ਨਾਲ ਰਿਜ਼ੈਂਬਲ ਕਰ ਰਹੇ ਹੈ। ਸੋ ਇੱਕ ਕ੍ਰੋਮੋਸੋਮ ਇੱਧਰ ਆ ਗਿਆ, ਇੱਕ ਕ੍ਰੋਮੋਸੋਮ ਇੱਧਰ ਆ ਗਿਆ, ਗੱਲ ਖਤਮ ਹੋ ਗਈ। ਦੋਨਾਂ ਕੋਲੇ ਇੱਕੋ ਜਿਹੇ ਕ੍ਰੋਮੋਸੋਮ ਆਏ। ਸਿਮਿਲਰਲੀ ਦੂਸਰੇ ਪੇਅਰ ਦਾ ਵੀ ਇੱਕ ਕ੍ਰੋਮੋਸੋਮ ਇੱਧਰ ਆ ਗਿਆ, ਇੱਕ ਕ੍ਰੋਮੋਸੋਮ ਇੱਧਰ ਆ ਗਿਆ, ਐਂਡ ਸੋ ਔਨ। ਇਹ ਡਿਸਟਰੀਬਿਊਸ਼ਨ ਜਾਰੀ ਰਹੀ ਸਾਡੇ ਕੋਲੇ 22 ਤੱਕ। 22 ਤੱਕ ਜਾਂਦੇ ਜਾਂਦੇ ਦੋਨੋਂ ਜਿਹੜੇ ਗੈਮੀਟਸ ਬਣ ਜਾ ਰਹੇ ਆ, ਉਹਨਾਂ ਗੈਮੀਟਸ ਕੋਲੇ ਕ੍ਰੋਮੋਸੋਮ ਸੇਮ ਨੇ। ਬਟ ਜਦੋਂ ਗੱਲ ਆ ਜਾਂਦੀ ਹੈ ਇਸ ਪੇਅਰ ਦੀ, ਇਸ ਪੇਅਰ ਦੇ ਜਦੋਂ ਦੋਨੋਂ ਕ੍ਰੋਮੋਸੋਮ ਸੈਪਰੇਟ ਹੋਣਗੇ, ਇੱਕ ਗੈਮੀਟ ਕੋਲੇ ਜਾ ਰਿਹਾ ਹੈ ਅਤੇ ਦੂਸਰਾ ਦੂਸਰੇ ਗੈਮੀਟ ਕੋਲੇ ਜਾ ਰਿਹਾ ਹੈ। ਜਦੋਂ ਇਹ ਸੈਪਰੇਸ਼ਨ ਹੋ ਰਹੀ ਹੈ ਤਾਂ ਸੈਪਰੇਸ਼ਨ ਹੋਣ ਦੇ ਟਾਈਮ ਦੇ ਉੱਤੇ ਜੇ ਤਾਂ ਬੇਟਾ ਇਹ ਸਾਡੇ ਕੋਲੇ ਇਹੋ ਜਿਹਾ ਸੀ ਕਿ ਜਿਹਦੇ ਕੋਲੇ ਐਲੋਸੋਮ ਸੇਮ ਸੀਗੇ, ਇੱਕੋ ਜਿਹੇ ਸੀਗੇ, ਫਿਰ ਤਾਂ ਗੈਮੀਟਸ ਵੀ ਇੱਕੋ ਜਿਹੇ ਬਣ ਜਾਣਗੇ। ਗੈਮੀਟਸ ਇੱਕੋ ਜਿਹੇ ਬਣ ਜਾਣਗੇ ਤਾਂ ਅਸੀਂ ਉਸ ਨੂੰ ਜਿਹੜਾ ਹੈਗਾ ਹੋਮੋਗੈਮੇਟਿਕ ਆਰਗੈਨਿਜ਼ਮ ਕਹਿ ਦਾਂਗੇ। ਬਟ ਜੇ ਇੱਥੇ ਸਾਡੇ ਕੋਲ ਇਹ ਕ੍ਰੋਮੋਸੋਮਸ ਅਲੱਗ-ਅਲੱਗ ਹੈਗੇ ਨੇ ਤਾਂ ਦੋਨੋਂ ਕੋਲੇ ਅਲੱਗ-ਅਲੱਗ ਜਾਣਗੇ, ਤਾਂ ਅਸੀਂ ਇਹੋ ਜਿਹੇ ਆਰਗੈਨਿਜ਼ਮ ਨੂੰ ਕੀ ਕਹਿ ਦਾਂਗੇ, ਹੈਟਰੋਗੈਮੇਟਿਕ ਆਰਗੈਨਿਜ਼ਮ ਕਹਿ ਦਾਂਗੇ। ਇਹਦਾ ਮਤਲਬ ਆਰਗੈਨਿਜ਼ਮ ਜਿਹੜੇ ਹੈਗੇ ਨੇ ਹੋਮੋਗੈਮੇਟਿਕ ਜਾਂ ਹੈਟਰੋਗੈਮੇਟਿਕ ਹੋ ਸਕਦੇ ਨੇ। ਬਿਲਕੁਲ ਉਹੀ ਚੀਜ਼ ਇੱਥੇ ਐਕਸਪਲੇਨ ਕੀਤੀ ਹੈ। ਦ ਆਰਗੈਨਿਜ਼ਮਸ ਹੈਵਿੰਗ ਹੋਮੋਮੋਰਫਿਕ ਸੈਕਸ ਕ੍ਰੋਮੋਸੋਮਸ, ਜਿਨ੍ਹਾਂ ਦੀ ਕ੍ਰੋਮੋਸੋਮਸ ਦੀ ਜਿਹੜੀ ਮੋਰਫੋਲੋਜੀ ਹੈ ਹੋਮੋਮੋਰਫਿਕ, ਸੇਮ ਮੋਰਫੋਲੋਜੀ ਹੈਗੇ ਨੇ, ਦੇਖਣ ਨੂੰ ਇੱਕੋ ਜਿਹੇ ਹੈਗੇ ਨੇ, ਦੇ ਪ੍ਰੋਡਿਊਸ only one kind of gamete and are called homogametic। ਜਿਵੇਂ ਅਸੀਂ ਹਿਊਮਨ ਫੀਮੇਲ ਦੀ ਗੱਲ ਕੀਤੀ, ਐਵੇਂ ਫੀਮੇਲ ਫਰੂਟ ਫਲਾਈ ਦੀ ਗੱਲ ਕਰਾਂਗੇ। whereas the organism ਜਿਨ੍ਹਾਂ ਦੇ ਜਿਹੜੇ ਐਲੋਸੋਮਸ ਹੈਗੇ ਨੇ ਉਹ ਹੈਟਰੋਮੋਰਫਿਕ ਨੇ, ਉਹਨਾਂ ਦੀ ਮੋਰਫੋਲੋਜੀ ਅਲੱਗ-ਅਲੱਗ ਹੈ।
ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੇ ਗੈਮੀਟਸ ਬਣਾਉਣਗੇ, ਤਾਂ ਅਸੀਂ ਇਸ ਨੂੰ ਕੀ ਕਹਿ ਦਾਂਗੇ, ਹੈਟਰੋਗੈਮੇਟਿਕ। ਇਹਦਾ ਮਤਲਬ ਹੋਮੋਗੈਮੇਟਿਕ ਵੀ ਹੋ ਸਕਦਾ ਆਰਗੈਨਿਜ਼ਮ ਤੇ ਹੈਟਰੋਗੈਮੇਟਿਕ ਵੀ ਹੋ ਸਕਦਾ ਹੈ। ਸੋ ਜੇ ਫੀਮੇਲ ਦੀ ਗੱਲ ਕਰੀਏ ਕੀ ਹੈ ਬੇਟਾ ਇਹ ਹੋਮੋਗੈਮੇਟਿਕ, ਹਿਊਮਨ ਮੇਲ ਦੀ ਗੱਲ ਕਰੀਏ ਕੀ ਹੈ ਇਹ ਹੈਟਰੋਗੈਮੇਟਿਕ। ਸੋ ਇਸ ਤਰੀਕੇ ਨਾਲ ਹੋ ਸਕਦਾ ਹੈ। ਤਾਂ ਬੇਟਾ ਆਪਣੇ ਕੋਲੇ ਅੱਗੇ ਆ ਜਾਂਦਾ ਮੈਕੈਨਿਜ਼ਮ ਆਫ ਸੈਕਸ ਡਿਟਰਮੀਨੇਸ਼ਨ, ਬਹੁਤ ਇੰਪੋਰਟੈਂਟ ਟੌਪਿਕ ਹੈ। ਇਸ ਨੂੰ ਡਿਟਰਮਿਨ ਕਰਨ ਦੇ ਦੋ ਮੈਥਡਸ ਨੇ, ਜੈਨੇਟਿਕ ਮੈਥਡ ਐਂਡ ਐਨਵਾਇਰਮੈਂਟਲ ਮੈਥਡ। ਐਨਵਾਇਰਮੈਂਟਲ ਮੈਥਡਸ ਦੀ ਮੈਂ ਆਲਰੇਡੀ ਗੱਲ ਕਰ ਚੁੱਕੇ ਹਾਂ। ਹੁਣ ਅਸੀਂ ਐਕਸਪਲੇਨ ਕਰਦੇ ਹਾਂ ਜੈਨੇਟਿਕ ਸੈਕਸ ਡਿਟਰਮੀਨੇਸ਼ਨ। ਸੋ ਜੇ ਜੈਨੇਟਿਕ ਬੇਸ 'ਤੇ ਗੱਲ ਕਰਦੇ ਹਾਂ, ਉਹਨਾਂ ਦੇ ਕ੍ਰੋਮੋਸੋਮਸ ਦੀ ਗੱਲ ਕਰਦੇ ਹਾਂ, ਉਸ ਬੇਸ 'ਤੇ ਸਾਡੇ ਕੋਲੇ 5 ਅਲੱਗ-ਅਲੱਗ ਮੈਕੈਨਿਜ਼ਮ ਹੈਗੇ ਹੈ, XXXY, XX X0, ZW ZZ, Z0 ZZ ਐਂਡ ਇੱਕ ਹੈਗਾ ਹੈਪਲੋਇਡ ਡਿਪਲੋਇਡ ਸਿਸਟਮ। 1 ਬਾਏ 1 ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਬੇਟਾ ਅਸੀਂ ਗੱਲ ਕਰਦੇ ਹਾਂ XXXY ਸਿਸਟਮ ਦੀ। ਦਿਸ ਇਜ਼ ਦਾ ਮੋਸਟ ਫੈਮੀਲੀਅਰ ਸਿਸਟਮ। ਇਹ ਹਿਊਮਨਸ ਦੇ ਵਿੱਚ ਹੁੰਦਾ ਹੈ। ਹਿਊਮਨਸ ਦੇ ਵਿੱਚ ਬੇਟਾ ਜਿਵੇਂ ਅਸੀਂ ਉਹ ਗ੍ਰਾਫ ਦਿਖਾਇਆ ਸੀ, ਸਾਡੇ ਕੋਲੇ ਜਿਹੜਾ ਹੈਗਾ ਬੇਟਾ ਇਹ ਮੈਮਲਸ, ਹੋਰ ਮੈਮਲਸ ਦੇ ਵਿੱਚ ਕੁਝ ਇਨਸੈਕਟਸ ਦੇ ਵਿੱਚ ਵੀ ਹੈਗਾ ਹੈ। ਮੋਸਟ ਆਫ ਦਾ ਫੀਮੇਲਸ ਦੇ ਵਿੱਚ ਜਿਹੜਾ ਹੈਗਾ ਸੈਕਸ ਕ੍ਰੋਮੋਸੋਮਸ ਜਿਹੜੇ XX ਹੈਗੇ ਨੇ, ਦੋਨੋਂ ਸੇਮ ਨੇ। ਇਹਦਾ ਮਤਲਬ ਫੀਮੇਲ ਕੀ ਹੈ, ਹੋਮੋਗੈਮੇਟਿਕ ਹੈ, ਇੱਕੋ ਹੀ ਤਰ੍ਹਾਂ ਦੇ ਗੈਮੀਟ ਪ੍ਰੋਡਿਊਸ ਕਰੂਗੀ। ਅਤੇ ਜਿਹੜਾ ਮੇਲ ਹੈ ਉਹਦੇ ਜਦੋਂ ਕ੍ਰੋਮੋਸੋਮਸ ਹੀ ਅਲੱਗ-ਅਲੱਗ ਹੋ ਗਏ, XY ਹੋ ਗਏ, ਇਹਦਾ ਮਤਲਬ ਉਹਦੇ ਗੈਮੀਟਸ ਵੀ ਦੋ ਤਰ੍ਹਾਂ ਦੇ ਬਣ ਗਏ। ਇਹਦਾ ਮਤਲਬ ਕੀ ਹੋ ਗਿਆ, ਇਹ ਹੈਟਰੋਗੈਮੇਟਿਕ ਹੋ ਗਿਆ। ਸੋ ਅਨਲਾਈਕ ਦਾ ਰੈਸਟ ਆਫ ਦਾ ਕ੍ਰੋਮੋਸੋਮਸ, ਜਿਹੜੇ ਆਟੋਸੋਮਸ ਹੁੰਦੇ ਨੇ ਉਹ ਤਾਂ ਸਾਰੇ ਜਿਹੜੇ ਹੈਗੇ ਨੇ ਸੇਮ ਹੁੰਦੇ ਨੇ। ਇਹ ਜਿਹੜੇ ਐਲੋਸੋਮਸ ਹੁੰਦੇ ਨੇ, ਐਲੋਸੋਮਸ ਫੀਮੇਲ ਦੇ ਵਿੱਚ ਤਾਂ ਸੇਮ ਨੇ, ਬਟ ਮੇਲ ਦੇ ਵਿੱਚ ਕੀ ਨੇ, ਇਹ ਅਲੱਗ-ਅਲੱਗ ਹੈਗੇ ਆ। ਇੱਕ ਨੂੰ ਅਸੀਂ X ਨਾਮ ਦਿੱਤਾ ਅਤੇ ਇੱਕ ਨੂੰ ਅਸੀਂ ਨਾਮ ਦਿੱਤਾ Y। ਸੋ ਇਸ ਗੱਲ ਨੂੰ ਸਮਝਣ ਦੇ ਲਈ ਆਪਾਂ ਮੇਲ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹਾਂ ਕਿ ਦਿਸ ਇਜ਼ 44 ਪਲੱਸ XY। 44 ਪਲੱਸ XY ਦਾ ਕੀ ਮਤਲਬ, ਇਹ 22 ਪੇਅਰਸ ਹੈਗੇ ਨੇ ਜਿਹੜੇ ਸਾਡੇ ਕੋਲ ਕੀ ਹੈ ਬੇਟਾ, ਆਟੋਸੋਮਸ ਨੇ, ਅਤੇ ਇਹ 1 ਪੇਅਰ ਕੀ ਹੈ, ਐਲੋਸੋਮ ਹੈ। ਸੋ 22 ਪਲੱਸ 1 ਪੇਅਰ ਇਜ਼ ਇਕੁਅਲ ਟੂ 23 ਪੇਅਰਸ। ਇਹਦਾ ਮਤਲਬ ਮੈਂ ਇਹ ਕੰਡੀਸ਼ਨ ਜਿਹੜੀ ਹੈਗੀ ਹੈ ਮੇਲ ਦੀ ਲਿਖ ਰਿਹਾ ਹਾਂ, ਅਤੇ ਜੇ ਮੈਂ ਫੀਮੇਲ ਨੂੰ ਲਿਖਣ ਦੀ ਕੋਸ਼ਿਸ਼ ਕਰਾਂ ਤਾਂ ਮੈਂ ਇਸ ਨੂੰ ਲਿਖੂੰਗਾ 44 ਪਲੱਸ XX। 22 ਪੇਅਰਸ ਇਹ ਆਟੋਸੋਮਸ ਦੇ, 23rd ਪੇਅਰ ਕਿਹਦਾ, ਇਹ ਐਲੋਸੋਮ ਦਾ। ਸੋ ਇਸ ਤਰੀਕੇ ਨਾਲ ਮੇਲ ਅਤੇ ਫੀਮੇਲ ਨੂੰ ਜਿਹੜਾ ਰਿਪਰੈਜ਼ੈਂਟ ਕਰ ਰਹੇ ਹਾਂ। ਤਾਂ ਇਸ ਨੂੰ ਅਸੀਂ ਦੇਖਦੇ ਹਾਂ। ਅਸੀਂ ਇੱਥੇ ਲਿਖਿਆ ਬੇਟਾ 44 ਪਲੱਸ XY, ਦਿਸ ਇਜ਼ ਮੇਲ। ਇਸ ਦਾ ਕ੍ਰਾਸ ਜਿਹੜਾ ਕਰ ਰਹੇ ਹਾਂ ਅਸੀਂ 44 ਪਲੱਸ XX, ਇਹ ਹੈ ਫੀਮੇਲ। ਤਾਂ ਹੁਣ ਇਸ ਨੂੰ ਮੇਲ ਦਾ ਸਿੰਬਲ ਇਹ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਫੀਮੇਲ ਦਾ ਸਿੰਬਲ ਹੈ। ਤਾਂ ਇਹਦੇ ਜਿਹੜੇ ਗੈਮੀਟਸ ਬਣ ਰਹੇ ਨੇ ਮੇਲ ਦੇ, ਗੈਮੀਟਸ ਦੇ ਟਾਈਮ 'ਤੇ ਸਾਡੇ ਕੋਲ ਜਿਹੜੀ ਮਿਓਸਿਸ ਹੋਣੀ ਹੈ, ਸਭ ਕੁਝ ਹੁਣ ਤੱਕ ਅਸੀਂ ਪੜ੍ਹ ਚੁੱਕੇ ਹਾਂ ਕਿ ਕਿਵੇਂ ਲਾਅ ਆਫ ਸੈਗਰੀਗੇਸ਼ਨ ਹੈਗਾ, ਅਸੋਰਟਮੈਂਟ ਹੈਗੀ ਹੈ, ਸਭ ਪੜ੍ਹ ਚੁੱਕੇ ਹਾਂ। ਤਾਂ 22 ਇੱਧਰ ਆ ਗਏ, 22 ਇੱਧਰ ਆ ਗਏ। ਇਹਨਾਂ ਦੇ ਵਿੱਚੋਂ ਜਿਹੜਾ ਇਹ ਸੀ ਸਾਡੇ ਕੋਲ ਪੇਅਰ ਐਲੋਸੋਮਸ ਦਾ ਸੀ, ਇਹ 'ਚ ਇੱਕ ਪਾਸੇ X ਆ ਗਿਆ ਅਤੇ ਇੱਕ ਪਾਸੇ ਆ ਗਿਆ Y। ਇਹਦਾ ਮਤਲਬ ਬੇਟਾ ਸਾਡੇ ਕੋਲ ਦੋ ਤਰ੍ਹਾਂ ਦੇ ਗੈਮੀਟਸ ਬਣ ਗਏ, ਅਲੱਗ-ਅਲੱਗ ਤਰ੍ਹਾਂ ਦੇ। ਮੇਲ ਨੇ ਜੇ ਦੋ ਤਰ੍ਹਾਂ ਦੇ ਗੈਮੀਟਸ ਬਣਾਏ ਨੇ, ਇਸੇ ਕਰਕੇ ਕੀ ਹੋ ਗਿਆ, ਇਹ ਹੈਟਰੋਗੈਮੇਟਿਕ ਹੋ ਗਿਆ। ਹੁਣ ਫੀਮੇਲ ਦੀ ਗੱਲ ਕਰਦੇ ਹਾਂ, ਇਹਦੇ ਗੈਮੀਟਸ ਕਿਹੜੇ-ਕਿਹੜੇ ਬਣ ਰਹੇ ਆ। 44 ਦਾ ਇੱਧਰ ਆ ਗਿਆ, ਇੱਧਰ ਸੌਰੀ 22 ਸੀ, 44 ਦਾ ਆ ਗਿਆ 22, ਇੱਧਰ ਵੀ ਕੀ ਆ ਗਿਆ 22, ਪਲੱਸ ਜਿਹੜਾ ਹੈਗਾ ਇੱਧਰ ਆ ਗਿਆ X ਅਤੇ ਇੱਕ ਦੂਸਰੇ ਪਾਸੇ ਚਲਾ ਗਿਆ X। ਇਹਦਾ ਮਤਲਬ ਇਹਦੇ ਦੋ ਤਰ੍ਹਾਂ ਦੇ ਗੈਮੀਟਸ ਬਣ ਗਏ ਫੀਮੇਲ ਦੇ, ਅਤੇ ਦੋਨੋਂ ਤਰ੍ਹਾਂ ਦੇ ਗੈਮੀਟਸ ਇੱਕੋ ਜਿਹੇ ਹੈਗੇ ਨੇ। ਇਟ ਮੀਨਸ ਬੇਟਾ ਅਸੀਂ ਇਸ ਨੂੰ ਕੀ ਕਹਿ ਦਾਂਗੇ, ਅਸੀਂ ਇਸ ਨੂੰ ਕਹਿ ਦਾਂਗੇ ਹੋਮੋਗੈਮੇਟਿਕ। ਸੋ ਇਹ ਹੋਮੋਗੈਮੇਟਿਕ ਹੋ ਗਿਆ। ਇਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਜਦੋਂ ਅਸੀਂ ਕੰਬਾਈਨ ਕਰਕੇ ਵੇਖਦੇ ਹਾਂ, ਮੇਲ ਅਤੇ ਫੀਮੇਲ ਦੇ ਜਿਹੜੇ ਗੈਮੀਟਸ ਕੰਬਾਈਨ ਕਰਦੇ ਹਾਂ, ਤਾਂ ਇਹ ਹੋ ਗਿਆ 44 ਪਲੱਸ X ਇੱਧਰੋਂ ਸੀ, X ਹੀ ਇੱਧਰੋਂ ਆ ਗਿਆ। 44 ਪਲੱਸ XX ਕੀ ਹੋ ਗਿਆ ਬੇਟਾ, ਇਹ ਦਿਸ ਇਜ਼ ਫੀਮੇਲ। ਫਿਰ ਆ ਗਿਆ ਆਪਣੇ ਕੋਲੇ 44 ਪਲੱਸ XX, ਤਾਂ ਇਹ ਵੀ ਕੀ ਹੋ ਗਿਆ ਬੇਟਾ, ਇਹ ਵੀ ਫੀਮੇਲ ਹੋ ਗਿਆ। ਹੁਣ ਇੱਥੇ ਆਪਣੇ ਕੋਲੇ ਆ ਗਿਆ 44 ਪਲੱਸ XY ਕੀ ਹੋ ਗਿਆ ਬੇਟਾ, ਇਹ ਮੇਲ।
फिर अपने को फिर आ गया 44 प्लस XY, तो ये भी की हो गया अपने को मेल हो गया। ਇਹਦਾ मतलब 50% ਚਾਂਸਸ ਜਿਹੜੇ ਸਾਡੇ ਕੋਲੇ ਰਹੇ ਉਹ 50% ਚਾਂਸਸ ਜਿਹੜੇ ਹੈਗੇ ਨੇ ਉਹ ਮੇਲ ਦੇ ਰਹੇ ਹੈ ਤੇ 50% ਚਾਂਸਸ ਜਿਹੜੇ ਹੈਗੇ ਨੇ ਉਹ ਫੀਮੇਲ ਦੇ ਰਹੇ ਹੈ। ਤਾਂ ਬੇਟਾ ਇਹ ਜੋ ਮੈਂ ਦਿਖਾਇਆ ਹੈ ਇਸ ਨੂੰ ਧਿਆਨ ਨਾਲ ਸਮਝੋ। ਜਿਹੜੇ ਬੱਚਿਆਂ ਨੇ ਇਹ ਨੋਟ ਕਰ ਲਿਆ ਬਹੁਤ ਅੱਛੀ ਗੱਲ ਹੈ, ਜਿਹੜੇ ਬੱਚਿਆਂ ਨੇ ਨੋਟ ਨਹੀਂ ਕੀਤਾ ਤਾਂ ਸਕਰੀਨ ਤੋਂ ਜਿਹੜਾ ਹੈਗਾ ਜਲਦੀ ਨਾਲ ਇਸ ਦਾ ਸਕਰੀਨਸ਼ਾਟ ਲੈ ਲੈਣ ਤਾਂ ਕਿ ਬਾਅਦ ਦੇ ਵਿੱਚ ਜਿਹੜਾ ਉਸ ਨੂੰ ਸਮਝਣਾ ਈਜ਼ੀ ਰਹੇ। ਤਾਂ ਹੁਣ ਬੇਟਾ ਜਿਹੜੀ ਹੈਗੀ ਹੈ ਗੱਲ ਇਸ ਦੇ ਵਿੱਚ ਜੋ ਸਮਝਣ ਵਾਲੀ ਹੈ, ਇਹ ਤਾਂ ਸਾਨੂੰ ਪਤਾ ਲੱਗ ਗਿਆ ਕਿ ਮੇਲ ਤੇ ਫੀਮੇਲ ਕਿਵੇਂ ਡਿਟਰਮਿਨ ਹੋਏ, ਕਿਵੇਂ ਮੇਲ ਬਣਿਆ ਕਿਵੇਂ ਫੀਮੇਲ ਬਣਿਆ। ਬਟ ਇਹਦੇ ਵਿੱਚ ਜੋ ਸਮਝਣ ਵਾਲੀ ਗੱਲ ਹੈ, ਜਿਹੜੀ ਇੰਪੋਰਟੈਂਟ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ, ਉਹ ਤੁਸੀਂ ਮੈਨੂੰ ਇਹ ਦੱਸੋ ਕਿ ਮੇਲ ਤੇ ਫੀਮੇਲ ਨੂੰ ਡਿਟਰਮਿਨ ਕਰਨ ਦੇ ਵਿੱਚ ਮੇਜਰ ਰੋਲ ਕੌਣ ਪਲੇ ਕਰ ਰਿਹਾ ਹੈ, ਹਿਊਮਨ ਮੇਲ ਕਿ ਹਿਊਮਨ ਫੀਮੇਲ। ਹਿਊਮਨ ਫੀਮੇਲ ਤਾਂ ਕੀ ਸੀ ਬੇਟਾ, ਉਹ ਤਾਂ ਹੋਮੋਗੈਮੇਟਿਕ ਸੀ, ਉਹਨੇ ਤਾਂ ਇੱਕੋ ਹੀ ਤਰ੍ਹਾਂ ਦੇ ਗੈਮੀਟਸ ਦਿੱਤੇ ਹੈ। ਤਾਂ ਡਿਟਰਮਿਨ ਕੌਣ ਕਰ ਰਿਹਾ ਫਿਰ, ਡਿਟਰਮਿਨ ਕਰ ਰਿਹਾ ਹੈ ਬੇਟਾ ਮੇਲ। ਜੇ ਮੇਲ ਦੇ ਕ੍ਰੋਮੋਸੋਮਸ ਜਿਹੜੇ ਹੈਗੇ ਨੇ ਬੇਟਾ ਉਹ X ਵਾਲਾ ਜਾ ਕੇ ਮੈਚ ਕਰ ਗਿਆ ਤਾਂ ਉਹ ਫੀਮੇਲ ਹੋ ਜਾਏਗੀ, ਤੇ ਜੋ ਬੱਚੇ ਨੇ ਜਨਮ ਲੈਣਾ ਹੈਗਾ ਉਹ ਲੜਕੀ ਹੋਏਗੀ। ਤੇ ਜੇ ਮੇਲ ਦਾ ਕ੍ਰੋਮੋਸੋਮ Y ਵਾਲਾ ਜਾ ਕੇ ਮੈਚ ਕਰ ਜਾਂਦਾ ਹੈ ਤਾਂ ਜਿਹੜੇ ਬੱਚੇ ਨੇ ਜਨਮ ਲੈਣਾ ਬੇਟਾ ਕੀ ਹੋਏਗਾ, ਉਹ ਬॉय ਹੋਏਗਾ। ਇਹਦਾ ਮਤਲਬ ਜਿਹੜਾ ਬੱਚਾ ਹੈਗਾ ਬੇਟਾ ਉਹ ਮੁੰਡਾ ਹੈ ਕਿ ਕੁੜੀ ਹੈ, ਉਸ ਦਾ ਮੇਲ ਹੈ ਕਿ ਸੈਕਸ ਫੀਮੇਲ ਉਸ ਦਾ ਹੈਗਾ। ਤਾਂ ਇਸ ਚੀਜ਼ ਨੂੰ ਡਿਟਰਮਿਨ ਕੌਣ ਕਰ ਰਿਹਾ ਹੈ, ਇਸ ਚੀਜ਼ ਨੂੰ ਮੇਲ ਦੇ ਗੈਮੀਟਸ ਡਿਟਰਮਿਨ ਕਰ ਰਹੇ ਹੈ, ਇਸ ਨੂੰ ਕਿਤੇ ਵੀ ਜਾ ਕੇ ਫੀਮੇਲ ਦੇ ਗੈਮੀਟਸ ਡਿਟਰਮਿਨ ਨਹੀਂ ਕਰ ਰਹੇ। ਜਿਵੇਂ ਕਿ ਇਸ ਗੱਲ ਨੂੰ ਮੈਂ ਇਸ ਕਰਕੇ ਐਕਸਪਲੇਨ ਕਰ ਰਿਹਾ ਹਾਂ ਕਿ ਸਾਡੀ ਸੁਸਾਇਟੀ ਦੇ ਵਿੱਚ ਅਕਸਰ ਹੀ ਲੇਡੀਜ਼ ਨੂੰ, ਲੜਕੀਆਂ ਨੂੰ ਜਿਹੜਾ ਹੈਗਾ ਬਲੇਮ ਕੀਤਾ ਜਾਂਦਾ ਹੈ ਕਿ ਜਦੋਂ ਲੜਕੀ ਪੈਦਾ ਹੁੰਦੀ ਹੈ ਤਾਂ ਉਸ ਨੂੰ ਬਲੇਮ ਕੀਤਾ ਜਾਂਦਾ, ਬਟ ਐਕਚੁਅਲ ਦੇ ਵਿੱਚ ਇਸ ਦੇ ਵਿੱਚ ਉਹਦਾ ਆਪਣਾ ਕੋਈ ਰੋਲ ਨਹੀਂ ਹੈ। although she is giving birth to the child, ਬਟ ਉਸ ਦੇ ਜਿਹੜੇ ਹੈਗੇ ਨੇ ਗੈਮੀਟਸ, ਉਸ ਦੇ ਗੈਮੀਟਸ ਬਿਲਕੁਲ ਇੱਕੋ ਜਿਹੇ ਸੀਗੇ। ਸੋ ਇਸ ਕਰਕੇ ਜਿਹੜਾ ਹੈਗਾ ਬੇਟਾ ਜੋ ਡਿਟਰਮਿਨ ਕਰਨ ਵਾਲੇ ਗੈਮੀਟਸ ਹੈਗੇ ਨੇ, ਡਿਟਰਮਿਨ ਕਰਨ ਵਾਲੇ ਗੈਮੀਟਸ ਜਿਹੜੇ ਹੈਗੇ ਨੇ ਉਹ ਕਿਹਦੇ ਨੇ, ਮੇਲ ਦੇ ਨੇ। ਇਸ ਦੇ ਉੱਤੇ ਗੱਲ ਦੇ ਉੱਤੇ ਮੈਂ ਇਸ ਕਰਕੇ ਸਟ੍ਰੈਸ ਦਿੱਤੀ ਹੈ ਕਿਉਂਕਿ ਬੋਰਡ ਐਗਜ਼ਾਮਸ ਦੇ ਵਿੱਚ ਇੱਕ ਵਾਰ ਇਹ ਕੁਐਸਚਨ ਜੋ ਪੁੱਛਿਆ ਜਾ ਚੁੱਕਿਆ ਹੈ, ਇਹ ਕੁਐਸਚਨ ਮੈਨੂੰ ਜਦੋਂ ਮਿਲੂਗਾ ਤਾਂ ਮੈਂ ਤੁਹਾਨੂੰ ਜਿਹੜਾ ਹੈਗਾ ਉਸ ਦੀ ਫੋਟੋਗ੍ਰਾਫ ਜਿਹੜੀ WhatsApp ਗਰੁੱਪ ਦੇ ਵਿੱਚ ਵੀ ਸ਼ੇਅਰ ਕਰੂੰਗਾ ਕਿ ਕਿਸ ਤਰੀਕੇ ਨਾਲ ਉਹ ਕੁਐਸਚਨ ਜਿਹੜਾ ਹੈਗਾ ਸੀ ਉਹ ਪੁੱਛਿਆ ਗਿਆ ਸੀ। ਸੋ ਇਹ ਸੀਗਾ ਬੇਟਾ ਆਪਣੇ ਕੋਲੇ ਫਸਟ ਟਾਈਪ ਆਫ ਸੈਕਸ ਡਿਟਰਮੀਨੇਸ਼ਨ, ਦੈਟ ਇਜ਼ XX XY। ਸੋ ਨੈਕਸਟ ਜਿਹੜਾ ਹੈਗਾ ਦੇਖੋ ਇੱਥੇ ਦਿਖਾਇਆ ਹੋਇਆ ਹੈ ਉਸੇ ਚੀਜ਼ ਨੂੰ ਜਿਹਨੂੰ ਆਪਾਂ ਬਣਾਇਆ ਹੈ, ਬਟ ਇੱਥੇ ਸਿਰਫ ਫਰਕ ਇਹ ਹੈ ਕਿ ਇੱਥੇ XY ਤੇ XX ਲਿਖਿਆ ਹੋਇਆ, ਮਦਰ ਦਾ XX ਤੇ ਫਾਦਰ ਦਾ ਜਿਹੜਾ XY। ਅਸੀਂ ਨਾਲ ਕੀ ਲੈ ਲਏ ਸੀ, ਅਸੀਂ ਨਾਲ ਜਿਹੜੇ ਹੈਗੇ ਨੇ ਬੇਟਾ ਉਹ 44 ਜਿਹੜੇ ਹੈਗੇ ਨੇ ਇਸ ਦੇ ਨਾਲ ਆਟੋਸੋਮਸ ਵੀ ਸ਼ੋਅ ਕੀਤੇ ਸੀ, ਸੋ ਦੈਟ ਸਾਨੂੰ ਗੱਲ ਸਮਝ ਲੱਗ ਸਕੇ। ਸੋ ਇਹ ਬੇਟਾ ਜਿਹੜਾ ਹੈਗਾ ਅੱਗੇ ਉਹ 50% ਪ੍ਰੋਬੇਬਿਲਿਟੀ ਆਫ ਫੀਮੇਲ ਚਾਈਲਡ ਐਂਡ 50% ਪ੍ਰੋਬੇਬਿਲਿਟੀ ਆਫ ਮੇਲ ਚਾਈਲਡ। ਦੈਨ ਬੇਟਾ ਸੈਕੰਡ ਟਾਈਪ ਆਫ ਸੈਕਸ ਡਿਟਰਮੀਨੇਸ਼ਨ ਆ ਰਿਹਾ ਹੈ, ਦੈਟ ਇਜ਼ XX X0 ਟਾਈਪ ਆਫ ਸੈਕਸ ਡਿਟਰਮੀਨੇਸ਼ਨ। ਇਹ ਕਿੱਥੇ ਹੋ ਰਹੀ ਹੈ, ਕਿਹੜੇ ਆਰਗੇਨਿਜ਼ਮਸ ਦੇ ਵਿੱਚ ਹੈਗੀ ਹੈ ਸਾਡੇ ਕੋਲੇ। ਇਹ ਬੇਟਾ ਜਿਵੇਂ ਤੁਹਾਨੂੰ ਸਕਰੀਨ ਦੇ ਉੱਤੇ ਹੀ ਦਿਖਾਇਆ ਹੋਇਆ ਫੋਟੋਗ੍ਰਾਫ ਹੈਗਾ, ਕਿਹਦਾ ਫੋਟੋਗ੍ਰਾਫ ਹੈ ਬੇਟਾ, ਇਹ ਕਿਹੜਾ ਆਰਗੇਨਿਜ਼ਮ ਹੈ, ਇਹ ਗ੍ਰਾਸਹੋਪਰ। ਸੋ ਗ੍ਰਾਸਹੋਪਰਸ ਦੇ ਵਿੱਚ, ਕਾਕਰੋਚਸ ਦੇ ਵਿੱਚ, ਬਗਸ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਹੈ। ਇਹਦੇ ਵਿੱਚ ਬੇਟਾ ਜੋ ਫੀਮੇਲ ਹੈ ਦੇਖੋ ਇੱਥੇ ਦਿਖਾਈ ਹੋਇਆ ਹੈ, ਜੋ ਫੀਮੇਲ ਹੈ ਬੇਟਾ, ਫੀਮੇਲ ਤਾਂ ਹੈ 22 + XX। ਇੱਥੇ ਬੇਟਾ 22 ਤੁਸੀਂ ਕਹੋਗੇ ਕਿ ਸਰ ਪਹਿਲਾਂ ਤਾਂ 44 ਕਹਿ ਰਹੇ ਸੀ, ਹੁਣ 22 ਕਿਵੇਂ ਰਹਿ ਗਿਆ। ਉਹ 44 + XX ਜਿਹੜਾ ਹੈਗਾ ਸੀ ਉਹ ਕਿਹਦੀ ਕੇਸ ਸੀ, ਉਹ ਹਿਊਮਨ ਬੀਇੰਗਸ ਦਾ ਕੇਸ ਸੀ, ਕਿਉਂਕਿ ਹਿਊਮਨ ਬੀਇੰਗਸ ਦੇ ਵਿੱਚ ਕ੍ਰੋਮੋਸੋਮ ਨੰਬਰ ਕਿੰਨਾ ਸੀ, 46 ਸੀਗਾ। ਤਾਂ ਇਹਦੇ ਵਿੱਚ ਕ੍ਰੋਮੋਸੋਮ ਨੰਬਰ 46 ਥੋੜਾ ਨਾ, ਕੋਈ ਦੱਸ ਸਕਦਾ ਇਹਦਾ ਕ੍ਰੋਮੋਸੋਮ ਨੰਬਰ ਕਿੰਨਾ ਹੋ ਗਿਆ। ਯੈਸ, ਦਿਸ ਇਜ਼ 24। ਇਹਦਾ ਕ੍ਰੋਮੋਸੋਮ ਨੰਬਰ 24 ਹੈ। ਇਹਦਾ ਮਤਲਬ ਇਹਦੇ ਕੋਲ ਕਿੰਨੇ ਪੇਅਰਸ ਨੇ, 12 ਪੇਅਰਸ ਨੇ। ਇਹਨਾਂ ਕੋਲ ਕਿੰਨੇ ਪੇਅਰ ਸੀ, 23 ਪੇਅਰ ਸੀ। 23 ਪੇਅਰਸ ਨੂੰ ਅਸੀਂ ਲਿਖਿਆ ਸੀ 22 ਪਲੱਸ ਜਿਹੜਾ ਹੈਗਾ ਆਪਣੇ ਕੋਲ 23 ਪੇਅਰਸ ਨੂੰ ਲਿਖਿਆ ਸੀ 44 + XX। ਤਾਂ ਇੱਥੇ 12 ਪੇਅਰਸ ਨੇ, 12 ਪੇਅਰਸ ਨੂੰ ਅਸੀਂ ਲਿਖਾਂਗੇ 22 + XX ਔਰ 22 + X0। ਕਿਉਂ, ਕਿਉਂਕਿ ਇਹਦੇ ਵਿੱਚ ਕੀ ਹੈ, ਕੇਸ ਡਿਫਰੈਂਟ ਹੈ। ਇਹਦੇ ਵਿੱਚ XX XY ਸਿਸਟਮ ਨਹੀਂ ਹੈ। ਇਹਦੇ ਵਿੱਚ ਕੀ ਹੈ, in this type of sex determination females will possess 2 X chromosome and they are known as homogametic। ਮੇਲਸ ਇਹਦੇ 'ਚ ਵੀ ਹੈਟਰੋਗੈਮੇਟਿਕ ਨੇ,
बट मेल्स इस करके हैट्रोगैमेटिक नहीं हैगे भी ਉਹਦੇ ਕੋਲ ਇੱਕ वाई क्रोमोसोम है, ਉਹ ਇਸ ਕਰਕੇ हैट्रोगैमेटिक ने क्योंकि ਉਹਨਾਂ ਕੋਲ ਇੱਕੋ ਹੀ एक्स क्रोमोसोम है। ਇਹਦਾ ਮਤਲਬ ਜਦੋਂ ਗੈਮੀਟ ਫਾਰਮੇਸ਼ਨ ਹੋਏਗੀ, ਗੈਮੀਟ ਫਾਰਮੇਸ਼ਨ ਦੇ ਟਾਈਮ ਤੇ ਜਦੋਂ ਮੇਲ ਦੇ ਦੋ ਗੈਮੀਟਸ ਬਣ ਗਏ, ਫੋਰ ਐਗਜ਼ਾਮਪਲ ਮੇਲ ਦੀ ਕੰਡੀਸ਼ਨ ਇਹ ਹੈ 22 + x, ਤਾਂ ਇਹਦੇ ਜਿਹੜੇ ਗੈਮੀਟਸ ਬਣ ਗਏ, ਇੱਕ ਗੈਮੀਟ ਤਾਂ ਹੋ ਜਾਏਗਾ 11 + x, दूसरा हो जाएगा 11 + 0। इसे करके की हो गया, मेल नू तो मैं रिप्रजेंट कर रहे हैं x0 तो फीमेल नू रिप्रजेंट कर रहे हैं x पहला की सी x xy मेल सी x फीमेल सी, ਹੁਣ ਹੈਗਾ x0 ਮੇਲ x0 ਹੈ, ਉਹ ਨਹੀਂ ਪੜ੍ਹਨਾ ਇਸ ਨੂੰ। 0 ਕਿਉਂ ਹੈ? ਕਿਉਂਕਿ ਇਹਦੇ ਕੋਲ ਇੱਕੋ ਹੀ ਕ੍ਰੋਮੋਸੋਮ ਹੈਗਾ, ਸੋ ਇਹਦਾ ਮਤਲਬ ਕੀ ਹੋ ਗਿਆ ਹੈਟਰੋਗੈਮੇਟਿਕ। ਤੇ ਅੱਗੇ ਦੀ ਸਟੋਰੀ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਇਹ ਇੱਕ ਦੂਜੇ ਨਾਲ ਕੰਬਾਈਨ ਕਰਨਗੇ। ਇਸ ਦਾ ਜਿਹੜਾ ਹੈਗਾ ਚਾਰਟ ਤੁਸੀਂ ਆਪਣੇ ਆਪ ਬਣਾ ਕੇ ਵੇਖ ਸਕਦੇ ਹੋ। ਇਸ ਤੋਂ ਬਾਅਦ ਦੇ ਵਿੱਚ ਨੈਕਸਟ ਟਾਈਪ ਆਫ ਸੈਕਸ ਟਰਮੀਨੇਸ਼ਨ ਇਜ਼ ZW ZZ। ਹੁਣ ਇੱਥੇ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਸਭ ਤੋਂ ਪਹਿਲਾਂ ਵਾਲੀ ਇਹਦੇ ਨੀਚੇ ਲਿਖਦਾ ਉਹ ਸੀ XX XY ਕੀ ਸੀ? ਹੈਟਰੋਗੈਮੇਟਿਕ ਕੀ ਸੀ? ਮੇਲ। ਬਟ ਇਸ ਵਾਰ ਮੇਲ ਕੀ ਹੈ? ZZ। ਇਹਦਾ ਮਤਲਬ ਮੇਲ ਦੇ ਕੋਲੇ ਤਾਂ ਦੋਨੋਂ ਜਿਹੜੇ ਹੈਗੇ ਨੇ ਗੈਮੀਟਸ ਕੀ ਨੇ, ਉਹ ਸੇਮ ਨੇ। ਇਹਦਾ ਮਤਲਬ ਮੇਲ ਕੀ ਹੋ ਗਿਆ ਹੁਣ ਇੱਥੇ? ਹੋਮੋਗੈਮੇਟਿਕ ਹੋ ਗਿਆ। ਜਿਹੜੀ ਮੈਂ ਪਹਿਲੀ ਗੱਲ ਤੁਹਾਨੂੰ ਸਮਝਾ ਕੇ ਹਟਿਆ ਸੀ ਹਿਊਮਨ ਬੀਇੰਗਸ ਦੇ ਵਿੱਚ ਕਿ ਹੂ ਇਜ਼ ਰਿਸਪੋਂਸੀਬਲ ਫਾਰ ਟਰਮੀਨੇਸ਼ਨ ਆਫ ਸੈਕਸ, ਉਹ ਮੇਲ ਦੇ ਗੈਮੀਟਸ ਨੇ। ਬਟ ਇਨ ਦਿਸ ਕੇਸ ਮੇਲ ਦੇ ਗੈਮੀਟਸ ਸੇਮ ਨੇ, ਇਸ ਕੇਸ ਦੇ ਵਿੱਚ ਫੀਮੇਲ ਦੇ ਗੈਮੀਟਸ ਅਲੱਗ-ਅਲੱਗ ਨੇ। ਫੀਮੇਲ ਦੇ ਗੈਮੀਟਸ ਜਿਹੜੇ ਹੈਗੇ ਨੇ ਉਹ Z ਐਂਡ W, ਇਹ ਅਲੱਗ-ਅਲੱਗ ਤਰ੍ਹਾਂ ਦੇ ਹੈਗੇ ਨੇ। ਸੋ ਫੀਮੇਲ ਹੈ 1 Z ਐਂਡ 1 W ਕ੍ਰੋਮੋਸੋਮ। ਇਹਦਾ ਮਤਲਬ ਫੀਮੇਲ ਦੋ ਤਰ੍ਹਾਂ ਦੇ ਐਗ ਪ੍ਰੋਡਿਊਸ ਕਰ ਰਹੀ ਹੈ। ਇਹਦਾ ਮਤਲਬ ਫੀਮੇਲ ਕੀ ਹੈ? ਹੈਟਰੋਗੈਮੇਟਿਕ। ਮੇਲ ਕੀ ਹੈ? ਮੇਲ ਹੋਮੋਮੋਰਫਿਕ ਦੋ ਜੀਨਸ ਨੇ, ਹੋਮੋਗੈਮੇਟਿਕ ਹੈਗਾ ਇਹ। ਇਹਦੇ ਕੋਲੇ 2 Z ਕ੍ਰੋਮੋਸੋਮਸ ਹੈਗੇ ਨੇ। ਸੋ ਸੈਕਸ ਆਫ ਦਾ ਆਫਸਪ੍ਰਿੰਗ ਡਿਪੈਂਡਸ ਔਨ ਦਾ ਕਾਈਂਡ ਆਫ ਐਗ। ਇਹਦਾ ਮਤਲਬ ਇਹ ਇਸ ਗੱਲ 'ਤੇ ਡਿਪੈਂਡ ਕਰ ਰਿਹਾ ਹੈ ਕਿ ਐਗ ਕਿਹੜਾ ਹੈ, ਐਗ Z ਵਾਲਾ ਹੈ ਕਿ ਐਗ W ਵਾਲਾ ਹੈਗਾ। ਜਿਹੜਾ Z ਵਾਲਾ ਐਗ ਹੈਗਾ ਬੇਟਾ ਉਹ ਤਾਂ ਮੇਲ ਪ੍ਰੋਡਿਊਸ ਕਰੇਗਾ ਅਤੇ W ਵਾਲਾ ਕੀ ਪ੍ਰੋਡਿਊਸ ਕਰੇਗਾ? ਫੀਮੇਲ ਪ੍ਰੋਡਿਊਸ ਕਰੇਗਾ। ਕਿਵੇਂ ਦੇਖਦੇ ਹਾਂ, ਇੱਥੇ ਦੇਖੋ, ਇੱਥੇ ਬੜਾ ਕਲੀਅਰ ਹੈ ਸਾਨੂੰ। ਇਹ ਹੈ AA + ZZ। ਮੈਂ ਇੱਥੇ ਸਪੈਸੀਫਾਈ ਨਹੀਂ ਕੀਤਾ AA ਨੂੰ ਵੀ ਇਹ 22 ਹੈ, 24 ਹੈ, 44 ਹੈ, 46 ਹੈ। ਕਿਉਂ? ਕਿਉਂਕਿ ਇਹ ਤਾਂ ਆਟੋਸੋਮਸ ਨੇ। ਇਹਨਾਂ ਦਾ ਨੰਬਰ ਤਾਂ ਕਿਸੇ ਵੀ ਆਰਗੈਨਿਜ਼ਮ ਦੇ ਵਿੱਚ ਕਿਸੇ ਵੀ ਸਪੀਸੀਜ਼ ਟੂ ਸਪੀਸੀਜ਼ ਵੇਰੀ ਕਰਦਾ, ਆਰਗੈਨਿਜ਼ਮ ਟੂ ਆਰਗੈਨਿਜ਼ਮ ਨਹੀਂ, ਸਪੀਸੀਜ਼ ਟੂ ਸਪੀਸੀਜ਼ ਵੇਰੀ ਕਰਦਾ। ਬਟ ਅਸੀਂ ਤਾਂ ਇੱਕ ਜਨਰਲਾਈਜ਼ ਐਗਜ਼ਾਮਪਲ ਲੈ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਕਰਕੇ ਇਹਦਾ ਮਤਲਬ ਤੁਸੀਂ ਸਮਝੋ ਆਟੋਸੋਮਸ + ZZ। ਇਹ ਕੀ ਨੇ? ਐਲੋਸੋਮਸ ਨੇ। ਤਾਂ ਬੇਟਾ ਇਹ ਮੇਲ ਹੈਗਾ। ਮੇਲ ਦੇ ਜਿਹੜੇ ਦੋਨੋਂ ਗੈਮੀਟਸ ਇੱਥੇ ਬਣ ਰਹੇ ਨੇ, ਦੋਨੋਂ ਗੈਮੀਟਸ ਸੇਮ ਬਣ ਗਏ। ਇਹਦਾ ਮਤਲਬ ਮੇਲ ਕੀ ਹੋ ਗਿਆ ਬੇਟਾ? ਸਾਡੇ ਕੋਲੇ ਹੋਮੋਗੈਮੇਟਿਕ। ਫੀਮੇਲ ਦੀ ਗੱਲ ਕਰੀਏ, ਫੀਮੇਲ ਦੇ ਇਹ ਹੈਗੇ ਨੇ ਆਪਣੇ ਕੋਲੇ ਆਟੋਸੋਮਸ ਅਤੇ ਇਹ ਕੀ ਨੇ? ਉਸਦੇ ਐਲੋਸੋਮਸ। ਤਾਂ ਐਲੋਸੋਮਸ ਅਲੱਗ-ਅਲੱਗ ਹੋਣ ਕਰਕੇ ਕੀ ਹੋ ਗਿਆ? ਇਹ ਸਾਡੇ ਕੋਲੇ ਹੋ ਗਏ ਹੈਟਰੋਗੈਮੇਟਿਕ, ਦੋ ਤਰ੍ਹਾਂ ਦੇ ਗੈਮੀਟਸ ਬਣ ਗਏ। ਜਦੋਂ ਹੁਣ ਕੰਬਾਈਨ ਕੀਤਾ ਇਹਦੇ ਨਾਲ ਕੰਬੀਨੇਸ਼ਨ ਤੋਂ ਬਾਅਦ 'ਚ ਆਪਣੇ ਕੋਲੇ ਬਣ ਗਿਆ AA + ZZ। ZZ ਦਾ ਕੀ ਮਤਲਬ? ਹੋਮੋਗੈਮੇਟਿਕ। ਇਹਦਾ ਮਤਲਬ ਕੀ ਹੋ ਗਿਆ? ਇਹ ਮੇਲ। ਅਗੇਨ ZZ ਹੋਮੋਗੈਮੇਟਿਕ, ਇਹਦਾ ਮਤਲਬ ਕੀ ਹੋ ਗਿਆ? ਇਹ ਮੇਲ। ਬਟ ਇਨ ਦਿਸ ਕੇਸ ਇੱਕ ਇੱਧਰੋਂ ਆ ਗਿਆ W ਵਾਲਾ, ਇੱਕ ਆ ਗਿਆ Z ਵਾਲਾ। ਇਹਦਾ ਮਤਲਬ ਇਹ ਹੈਟਰੋਮੋਰਫਿਕ ਦੋਨੋਂ ਜੀਨਸ ਆ ਗਏ। ਇਹਦਾ ਮਤਲਬ ਕੀ ਹੋ ਗਈ ਬੇਟਾ? ਇਹ ਫੀਮੇਲ। ਸੋ ਅਗੇਨ ਦਿਸ ਇਜ਼ ਫੀਮੇਲ। ਸੋ 50% ਪ੍ਰੋਬੇਬਿਲਿਟੀ ਮੇਲ, 50% ਪ੍ਰੋਬੇਬਿਲਿਟੀ ਫੀਮੇਲ। ਬਿਲਕੁਲ ਉਸੇ ਤਰੀਕੇ ਨਾਲ ਹੀ, ਬਟ ਸਿਰਫ ਫਰਕ ਹੀ ਪੈ ਗਿਆ XY ਸਿਸਟਮ ਨਾਲੋਂ ਕਿ ਉਹ ਸਾਡੇ ਕੋਲੇ ਸੀਗਾ, ਉਹਦੇ ਵਿੱਚ ਮੇਲ ਸੀ ਜਿਹੜਾ ਉਹ ਹੈਟਰੋਗੈਮੇਟਿਕ ਸੀ, ਇਹਦੇ 'ਚ ਫੀਮੇਲ ਹੈਟਰੋਗੈਮੇਟਿਕ ਹੈ। ਸੋ ਇਹ ਸੀਗਾ ਆਪਣੇ ਕੋਲੇ ਨੈਕਸਟ ਟਾਈਪ। ਇੰਪੋਰਟੈਂਟ ਗੱਲ ਇਹ ਹੈ ਕਿ ਇਹ ਕਿਹਨਾਂ ਦੇ ਵਿੱਚ ਹੁੰਦਾ ਹੈ? ਦਿਸ ਮੈਕੈਨਿਜ਼ਮ ਆਪਰੇਟਸ ਇਨ ਸਰਟਨ ਇਨਸੈਕਟਸ। ਕੁਝ ਕੁ ਬਟਰਫਲਾਈਜ਼ ਨੇ, ਮੌਥਸ ਨੇ, ਉਹਨਾਂ ਦੇ ਵਿੱਚ ਐਪਲੀਕੇਬਲ ਹੈਗਾ। ਕੁਝ ਕੁ ਰਿਪਟਾਈਲਸ ਬਰਡਸ ਦੇ ਵਿੱਚ ਹੈਗਾ। ਸੋ ਇਹਨਾਂ ਦੇ ਵਿੱਚ ਇਹ ਮੈਕੈਨਿਜ਼ਮ ਜਿਹੜਾ ਹੈਗਾ ਉਹ ਐਪਲੀਕੇਬਲ ਹੈਗਾ। ਸੋ ਜੇ ਗੱਲ ਕਰੀਏ ਬਟਰਫਲਾਈਜ਼ ਦੀ, ਮੌਥਸ ਦੀ, ਤਾਂ ਕਿਹੜਾ ਸਿਸਟਮ ਹੈ? ZW ZZ। ਜੇ ਗੱਲ ਕਰੀਏ ਗ੍ਰਾਸਹੋਪਰ ਦੀ ਤਾਂ ਕਿਹੜਾ ਹੈ? XX X0। ਜੇ ਗੱਲ ਕਰੀਏ ਹਿਊਮਨ ਮੇਲ ਦੀ ਗੱਲ ਕਰੀਏ ਜਾਂ ਫਰੂਟ ਫਲਾਈ ਦੀ ਗੱਲ ਕਰੀਏ, ਡਰੋਸੋਫਿਲਾ ਦੀ ਗੱਲ ਕਰੀਏ ਤਾਂ ਕਿਹੜਾ? XX XY ਸਿਸਟਮ। ਤਾਂ ਇਹ ਜਿਹੜਾ ਹੈਗਾ ਅਲੱਗ-ਅਲੱਗ ਤਰ੍ਹਾਂ ਦੇ ਸਿਸਟਮ ਨੇ। ਹੁਣ ਅਸੀਂ ਮੂਵ ਕਰ ਰਹੇ ਹਾਂ ਨੈਕਸਟ 4th ਸਿਸਟਮ ਵੱਲ, ਦੈਟ ਇਜ਼ Z0 ZZ। ਹੁਣ ਤੱਕ ਦੀ ਜਿੰਨੀ ਕਹਾਣੀ ਮੈਂ ਸਮਝਾਈ ਹੈ ਉਸ ਤੋਂ ਤੁਹਾਨੂੰ ਇਹ ਆਪਣੇ ਆਪ ਸਮਝ ਲੱਗ ਜਾਣਾ ਚਾਹੀਦਾ ਹੈ। ਬਟ ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਥੋੜ੍ਹਾ ਜਿਹਾ ਇਸ ਦਾ ਦੱਸਦਾ, ਆਈਡੀਆ ਦਿੰਦਾ। ਪੜ੍ਹਨਾ ਤੁਸੀਂ ਆਪਣੇ ਆਪ ਹੈ। ਇਹ ਆਈਡੀਆ ਮੇਰਾ ਇਹ ਹੈ ਕਿ ਜਦੋਂ ਮੈਂ ਗੱਲ ਕੀਤੀ ਸੀ XX
एक्स वाई दी ਇਹ ਪਹਿਲਾ ਸਿਸਟਮ ਸੀ। ਫਿਰ ਮੈਂ ਗੱਲ ਕੀਤੀ एक्स 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 0, ਇਹ ਦੂਸਰਾ ਸਿਸਟਮ ਸੀ। ਤਾਂ ਇਹਨਾਂ ਦੋਨੋਂ ਸਿਸਟਮਸ ਦੇ ਵਿੱਚ ਮੇਰੇ ਕੋਲੇ ਇੱਥੇ ਤਾਂ ਸੀ ਮੇਲ, ਇੱਥੇ ਸੀ ਫੀਮੇਲ। ਦੋਨਾਂ ਦੇ ਵਿੱਚ ਫੀਮੇਲ ਜਿਹੜੀ ਹੈ ਉਹ ਹੋਮੋਗੈਮੇਟਿਕ ਰਹੀ ਹੈ ਅਤੇ ਫੀਮੇਲ ਹੈਟਰੋਗੈਮੇਟਿਕ ਰਹੇ ਨੇ, ਮੇਲ ਹੈਟਰੋਗੈਮੇਟਿਕ ਰਹੇ ਨੇ। ਅਤੇ ਮੇਲ ਦੇ ਹੈਟਰੋਗੈਮੇਟਿਕ ਰਹਿਣ ਦੇ ਦੋ ਤਰੀਕੇ ਰਹੇ ਹੈ। ਇੱਕ ਵਾਰ ਤਾਂ ਉਹਦੇ ਕ੍ਰੋਮੋਸੋਮਸ ਹੀ ਅਲੱਗ-ਅਲੱਗ ਸੀ, ਇੱਕ ਵਾਰ ਇੱਕ ਇਹੋ ਜਿਹਾ ਗੈਮੀਟ ਸੀ ਜਿਹਦੇ ਕੋਲ ਇੱਕ ਐਕਸ ਕ੍ਰੋਮੋਸੋਮ ਹੈਗਾ ਅਤੇ ਦੂਜੇ ਕੋਲ ਕੋਈ ਵੀ ਜਿਹੜਾ ਹੈਗਾ ਕ੍ਰੋਮੋਸੋਮ ਨਹੀਂ ਹੈਗਾ। ਬਟ ਹੁਣ ਅਸੀਂ ਜਦੋਂ ਇੱਥੇ ਗੱਲ ਕਰਦੇ ਹਾਂ ਤਾਂ ਮੈਂ ਹੁਣੇ ਜੇ ਇੱਕ ਸਿਸਟਮ ਤੁਹਾਨੂੰ ਪੜ੍ਹਾ ਕੇ ਹਟਿਆ, ਉਹ ਹੈਗਾ ਸੀ ZW ਇਹਦਾ ਮਤਲਬ ਮੇਲ ਤਾਂ ਇੱਥੇ ਹੋਮੋਗੈਮੇਟਿਕ ਹੈ, ਫੀਮੇਲ ਹੈਟਰੋਗੈਮੇਟਿਕ ਹੈ। ਹੈਟਰੋਗੈਮੇਟਿਕ ਹੋਣ ਦੇ ਦੋ ਤਰੀਕੇ ਨੇ, ਇੱਕ ਤਾਂ ਇਹ ਕਿ ਉਹਦੇ ਕੋਲ ਦੋਨੋਂ ਕ੍ਰੋਮੋਸੋਮਸ ਅਲੱਗ-ਅਲੱਗ ਹੋਣ, ਇੱਕ ਇਹ ਹੈ ਕਿ ਅੱਧੇ ਐਗਸ ਕੋਲੇ ਇੱਕ Z ਕ੍ਰੋਮੋਸੋਮ ਹੋਵੇ ਅਤੇ ਅੱਧਿਆਂ ਕੋਲੇ Z ਕ੍ਰੋਮੋਸੋਮ ਨਾ ਹੋਵੇ, ਤਾਂ ਉਹ ਕੀ ਹੋ ਗਿਆ ਆਪਣੇ ਕੋਲੇ Z0 ਸਿਸਟਮ ਹੋ ਗਿਆ। ਇਹਦਾ ਮਤਲਬ ਐਗਸ ਇਹਦੇ ਵਿੱਚ ਵੀ ਦੋ ਤਰ੍ਹਾਂ ਦੇ ਬਣਨਗੇ। ਸੋ ਇਹ ਜਿਹੜਾ ਹੈਗਾ ਆਪਣੇ ਕੋਲੇ ਸਿਸਟਮ ਹੈ, ਇਹ ਵੀ ਕੁਛ ਕੁ ਮੌਥਸ ਅਤੇ ਬਟਰਫਲਾਈਜ਼ ਦੇ ਵਿੱਚ ਆਪਣੇ ਕੋਲੇ ਹੁੰਦਾ ਹੈ। ਸੋ ਇਹ ਹੈਗਾ Z0 ZZ टाइप ऑफ सिस्टम। सो मोस्ट ऑफ द बटरफ्लाइज के मौत की जे गल करिए तो वह है ZW ZZ, बट कुछ कुछ मौत से बटरफ्लाइज दी स्पीसीज इस तरह दी हैगियां ने जिन्हां दे विच Z0 ZZ टाइप ऑफ सिस्टम एप्लीकेबल है। सो ये बेटा हुण तक अपने कोले 4 सिस्टम ਤਾਂ ਇਹ ਦੇਖੋ ਦਿਖਾਇਆ ਵੀ ਹੋਇਆ Z0 ਸਿਸਟਮ ਜਿਹੜਾ ਹੈਗਾ ਨਾਲ ਦਿਖਾਇਆ ਹੋਇਆ। ਇਹ ਆਟੋਸੋਮਸ ਦੀ ਜਿਹੜੀ ਗ੍ਰਾਫ ਲੈ ਕੇ ਬਿਲਕੁਲ ਜਿਵੇਂ ਆਪਾਂ ਹੁਣ ਤੱਕ ਕਰਦੇ ਰਹੇ ਹਾਂ ਸਭ ਕੁਝ ਉਵੇਂ ਬਣਾਇਆ ਹੋਇਆ। ਤੁਸੀਂ ਇਸ ਨੂੰ ਸਕਰੀਨ ਤੋਂ ਵੇਖ ਲਓ, ਬਟ ਨਾਲ ਦੀ ਨਾਲ ਤੁਸੀਂ ਆਪ ਗ੍ਰਾਫ ਬਣਾ ਕੇ ਵੇਖਣੇ ਹੈ ਐਂਡ ਦੇ ਉੱਤੇ ਜਾ ਕੇ। ਸਾਰੇ ਜਦੋਂ ਤੁਸੀਂ ਇਸ ਨੂੰ ਸਮ ਅਪ ਕਰਨਾ ਤਾਂ ਇਹ ਸਭ ਕੁਝ ਤੁਸੀਂ ਆਪਣੇ ਆਪ ਬਣਾ ਕੇ ਵੇਖਣਾ। ਇਹ ਫੋਟੋਗ੍ਰਾਫਸ ਜਿਹੜੀਆਂ ਤੁਹਾਡੀਆਂ ਬੁੱਕਸ ਦੇ ਵਿੱਚੋਂ ਹੀ ਚੱਕੀਆਂ ਹੋਈਆਂ ਨੇ ਮੈਂ। ਤਾਂ ਹੁਣ ਬੇਟਾ ਜਿਹੜਾ ਹੈਗਾ ਆਪਣੇ ਕੋਲੇ ਨੈਕਸਟ ਜਿਹੜਾ ਹੈਗਾ ਉਹ ਹੈਗੀ ਹੈ ਨੈਕਸਟ ਟਾਈਪ, ਲਾਸਟ ਟਾਈਪ, ਜਿਹਦੇ ਵਿੱਚ ਸਾਡੇ ਕੋਲੇ ਸੀਗਾ ਹੈਪਲੋਇਡ ਡਿਪਲੋਇਡ ਸਿਸਟਮ। ਇਹ ਹੁਣ ਤੱਕ ਦੇ ਪੜ੍ਹੇ ਹੋਏ ਸਾਰੇ ਸਿਸਟਮਸ ਤੋਂ ਇੰਟਾਇਰਲੀ ਡਿਫਰੈਂਟ ਸਿਸਟਮ ਹੈਗਾ। ਇਹ ਉਹਨਾਂ ਦੇ ਨਾਲ ਮੈਚ ਨਹੀਂ ਕਰ ਰਿਹਾ। ਤਾਂ ਇਸ ਸਿਸਟਮ ਨੂੰ ਸਮਝਣ ਦੇ ਲਈ ਅਸੀਂ ਸਭ ਤੋਂ ਪਹਿਲਾਂ ਬਟਰਫਲਾਈਜ਼ ਦੇ ਵਿੱਚ ਜਾ ਕੇ ਬਟਰਫਲਾਈਜ਼ ਦਾ ਜਿਹੜਾ ਬਟਰਫਲਾਈ ਕਹਿ ਗਿਆ ਹਨੀ ਬੀ ਦੀ ਗੱਲ ਕਰ ਰਹੇ ਸੀ। ਸੋ ਹਨੀ ਬੀਜ਼ ਦੇ ਵਿੱਚ ਇਹ ਸਿਸਟਮ ਹੈਗਾ ਕਾਸਟ ਸਿਸਟਮ, ਜਿਹੜਾ ਹਨੀ ਬੀ ਦਾ ਅਸੀਂ ਪਹਿਲਾਂ ਸਟੱਡੀ ਕਰਦੇ ਹਾਂ। ਫਿਰ ਅਸੀਂ ਦੇਖਦੇ ਹਾਂ ਕਿ ਇਸ ਦੇ ਵਿੱਚ ਮੇਲ ਅਤੇ ਫੀਮੇਲ ਨੂੰ ਕਿਸ ਤਰ੍ਹਾਂ ਡਿਟਰਮਿਨ ਕੀਤਾ ਜਾਂਦਾ ਹੈ। ਤਾਂ ਬੇਟਾ ਜਿਹੜਾ ਇਹਦਾ ਹਨੀ ਬੀਜ਼ ਦਾ ਕਾਸਟ ਸਿਸਟਮ ਹੈ, ਇਸ ਕਾਸਟ ਸਿਸਟਮ ਦੇ ਵਿੱਚ 3 ਤਰ੍ਹਾਂ ਦੇ ਆਰਗੈਨਿਜ਼ਮ ਕਿਸੇ ਵੀ ਛੱਤੇ ਦੇ ਵਿੱਚ ਹੁੰਦੇ ਨੇ। ਇੱਕ ਹੁੰਦੀ ਹੈ ਕੁਈਨ, ਬਹੁਤ ਸਾਰੇ ਵਰਕਰਸ, ਅਤੇ ਹੁੰਦੇ ਨੇ ਮੇਲ। ਜਿਹੜੀਆਂ ਬੇਟਾ ਇੱਕ ਹਨੀ ਬੀ ਦਾ ਜਿਹੜਾ ਛੱਤਾ ਹੈਗਾ, ਇੱਕ ਹਾਈਵ ਹੈਗਾ, ਉਹਦੇ ਵਿੱਚ ਇੱਕੋ ਹੀ ਕੁਈਨ ਹੁੰਦੀ ਹੈ। ਇੱਕ ਬੀ ਕਲੋਨੀ ਛੱਤੇ ਦੀ ਜਿਹੜੀ ਗੱਲ ਕਰ ਰਹੇ ਬੀ ਕਲੋਨੀ 'ਚ ਇੱਕੋ ਹੀ ਕੁਈਨ ਹੁੰਦੀ ਹੈ। ਅਤੇ ਇਹ ਕੁਈਨ ਜਿਹੜੀ ਹੈਗੀ ਹੈ ਕੀ ਕਰਦੀ ਹੈ, ਇਹ ਕੁਈਨ ਸਾਰੇ ਕੰਮਾਂ ਨੂੰ ਕੰਟਰੋਲ ਕਰਦੀ ਹੈ। ਬਾਕੀ ਸਾਰੀਆਂ ਜਿੰਨੀਆਂ ਵੀ ਵਰਕਰਸ ਨੇ ਕੰਮ ਕਰਨ ਵਾਲੀਆਂ ਨੇ ਉਹਨਾਂ ਨੂੰ ਕੰਟਰੋਲ ਕਰਦੀ ਹੈ। ਅਤੇ ਇੱਕ ਹਾਈਵ ਦੇ ਵਿੱਚ 10,000 ਤੋਂ ਲੈ ਕੇ 50,000 ਤੱਕ ਵਰਕਰਸ ਹੋਣਗੀਆਂ। ਵਰਕਰਸ ਬਾਕੀ ਸਾਰੇ ਕੰਮ ਕਰਦੀਆਂ ਨੇ। ਇਹਨਾਂ ਦੀਆਂ ਡਿਊਟੀਜ਼ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇਨਡੋਰ ਡਿਊਟੀਜ਼ ਵੀ ਹੁੰਦੀਆਂ ਨੇ ਇਹਨਾਂ ਕੋਲੇ ਅਤੇ ਆਊਟਡੋਰ ਡਿਊਟੀਜ਼ ਵੀ ਹੁੰਦੀਆਂ ਨੇ। ਇਨਡੋਰ ਡਿਊਟੀਜ਼ ਦੇ ਵਿੱਚ ਕੀ ਹੁੰਦਾ ਹੈ, ਹਾਈਵ ਦੀ ਸਾਫ਼ ਸਫਾਈ ਆ ਜਾਂਦੀ ਹੈ, ਹਨੀ ਜਿਹੜਾ ਉੱਥੇ ਨੈਕਟਰ ਜਿਹੜਾ ਉਹਨਾਂ ਨੇ ਕਲੈਕਟ ਕੀਤਾ ਹੋਇਆ ਉਹਨਾਂ ਦੀ ਪੈਕਿੰਗ ਆ ਜਾਂਦੀ ਹੈ। ਅਤੇ ਜਿਹੜੀਆਂ ਆਊਟਡੋਰ ਡਿਊਟੀਜ਼ ਨੇ ਉਹਨਾਂ ਦਾ ਕੰਮ ਕੀ ਹੈ, ਫੁੱਲਾਂ ਤੋਂ ਜਾ ਕੇ ਰਸ ਇਕੱਠਾ ਕਰਨਾ, ਨੈਕਟਰ ਇਕੱਠਾ ਕਰਨਾ ਅਤੇ ਉਹਨਾਂ ਨੂੰ ਜਿਹੜਾ ਹੈਗਾ ਛੱਤੇ ਕੋਲੇ ਲੈ ਕੇ ਆਉਣਾ। ਤਾਂ ਆਊਟਡੋਰ ਡਿਊਟੀਜ਼ ਦੇ ਵਿੱਚ ਵੀ ਕੁਝ ਕੁ ਹਨੀ ਬੀਜ਼ ਜਿਹੜੀਆਂ ਜਾਂਦੀਆਂ ਨੇ, ਜਦੋਂ ਉਹਨਾਂ ਨੂੰ ਸੋਰਸ ਆਫ ਫੂਡ ਮਿਲ ਜਾਂਦਾ ਤਾਂ ਸੋਰਸ ਆਫ ਫੂਡ ਜਾ ਕੇ ਦੇਖ ਕੇ ਉਹ ਵਾਪਸ ਆ ਜਾਂਦੀਆਂ ਨੇ, ਕਿਉਂਕਿ ਉਹ ਨਾਲ ਦੀ ਨਾਲ ਨੈਕਟਰ ਕਲੈਕਟ ਨਹੀਂ ਕਰਦੀਆਂ ਆਪਣੇ ਛੱਤੇ ਦੇ ਵਿੱਚ ਜਾ ਕੇ ਆ ਕੇ। ਤਾਂ ਉਹ ਬਾਕੀ ਸਾਰੀਆਂ ਹਨੀ ਬੀਜ਼ ਨੂੰ ਦੱਸਦੀਆਂ ਨੇ ਕਿ ਸਾਡੇ ਕੋਲ ਇੱਥੋਂ ਇੰਨੀ ਦੂਰੀ 'ਤੇ ਸਨ ਤੋਂ ਇਸ ਐਂਗਲ ਦੇ ਉੱਤੇ ਇੰਨਾ ਕੁ ਪਲੈਂਟੀ ਦੇ ਵਿੱਚ ਜਿਹੜਾ ਹੈਗਾ ਫੂਡ ਅਵੇਲੇਬਲ ਹੈਗਾ, ਸੋ ਦੈਟ ਬਾਕੀ ਸਾਰੀਆਂ ਹਨੀ ਬੀਜ਼ ਉੱਥੇ ਜਾਣ। ਤਾਂ ਇਹ ਬੜਾ ਇੰਟਰਸਟਿੰਗ ਮੈਕੈਨਿਜ਼ਮ ਹੈ। ਕਿਵੇਂ ਹੁੰਦਾ ਹੈ, ਇਹ ਡਾਂਸ ਸਿਸਟਮ ਹੁੰਦਾ ਇਹਨਾਂ ਦਾ। ਤਾਂ ਤੁਸੀਂ ਜਿਹੜਾ ਹੈਗਾ ਕਮਿਊਨੀਕੇਸ਼ਨ ਇਨ ਹਨੀ ਬੀਜ਼ ਭਰ ਕੇ ਜਿਹੜਾ ਹੈਗਾ, ਕਿਉਂਕਿ ਆਪਣਾ ਇੱਥੇ ਟੌਪਿਕ ਨਹੀਂ ਹੈਗਾ ਇਹ, ਤਾਂ ਕਮਿਊਨੀਕੇਸ਼ਨ ਇਨ ਹਨੀ ਬੀ ਭਰ ਕੇ ਨੈੱਟ ਦੇ ਉੱਤੇ ਕੋਈ ਵੀਡੀਓ ਵੇਖਿਓ ਤਾਂ ਜਾਂ ਪੜ੍ਹਨ ਦੀ ਕੋਸ਼ਿਸ਼ ਕਰਿਓ, ਗੂਗਲ ਜਾ ਕੇ ਸਰਚ ਕਰਿਓ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਤਾਂ ਇਹ ਆ ਗਈ ਵਰਕਰਸ ਦੀ ਗੱਲ। ਹੁਣ ਤੀਸਰੇ ਤਰ੍ਹਾਂ ਦੇ ਹੁੰਦੇ ਨੇ ਮੇਲ, ਇਹਨਾਂ ਨੂੰ ਡਰੋਨ ਵੀ ਕਹਿੰਦੇ ਨੇ, ਡਰੋਨਸ ਵੀ ਹੁੰਦੇ ਨੇ। ਤਾਂ ਇਹਦੇ ਵਿੱਚੋਂ ਕੁਈਨ ਅਤੇ ਵਰਕਰਸ ਜਿਹੜੀਆਂ ਹੈਗੀਆਂ ਨੇ ਇਹ ਤਾਂ ਹੈਗੀਆਂ ਨੇ ਫੀਮੇਲ। ਡਰੋਨ ਜਿਹੜੇ ਹੈਗੇ ਨੇ ਇਹ ਕੀ ਨੇ, ਮੇਲ ਨੇ। ਇਹਦਾ ਮਤਲਬ 3 ਤਰ੍ਹਾਂ ਦੇ ਆਰਗੈਨਿਜ਼ਮ ਹੋਣਗੇ। ਡਰੋਨਸ ਦੀ ਗਿਣਤੀ ਜਿਹੜੀ ਹੈਗੀ ਹੈ 100 ਤੋਂ 500 ਤੱਕ ਹੋ ਸਕਦੀ ਹੈ। ਵਰਕਰਸ ਦੀ ਗਿਣਤੀ ਜ਼ਿਆਦਾ ਹੈ, ਕੁਈਨ ਇੱਕੋ ਹੀ ਹੈ।
ਇਹਦਾ ਮਤਲਬ ਕੁਈਨ ਜਿਹੜੀ ਹੈਗੀ ਹੈ ਉਹ ਜਿਹੜੀ ਇੱਕੋ ਹੀ ਹੈ, ਉਹਦਾ ਕੰਮ ਜਿਹੜਾ ਹੈਗਾ ਸਾਰਾ ਕੰਟਰੋਲ ਕਰਨਾ, ਵਰਕਰਸ ਦਾ ਕੰਮ ਬਾਹਰੋਂ ਜਾ ਕੇ ਜਿਹੜਾ ਹੈਗਾ ਮਟੀਰੀਅਲ ਕਲੈਕਟ ਕਰਨਾ, ਅਤੇ ਜਿਹੜੇ ਮੇਲ ਨੇ ਡਰੋਨਸ ਜਿਹੜੇ ਹੈਗੇ ਨੇ ਇਹਨਾਂ ਦਾ ਕੰਮ ਕੀ ਹੈ, ਰੀਪਰੋਡਕਸ਼ਨ ਕਰਨਾ। ਤਾਂ ਇਹਨਾਂ ਦੀ ਗਿਣਤੀ 100 to 500 ਤੱਕ ਹੁੰਦੀ ਹੈ। ਤਾਂ ਹੁਣ ਜਦੋਂ ਤੁਸੀਂ ਇੰਨਾ ਸਮਝ ਲਿਆ ਤਾਂ ਹੁਣ ਜਿਹੜਾ ਹੈਗਾ ਹੈਪਲੋਇਡ ਡਿਪਲੋਇਡ ਸਿਸਟਮ ਵੱਲ ਜਾ ਕੇ ਸਮਝਦੇ ਹਾਂ ਕਿ ਹੈਪਲੋਇਡ ਡਿਪਲੋਇਡ ਸਿਸਟਮ ਇਹਦੇ ਵਿੱਚ ਕੀ ਹੈ। ਤਾਂ ਬੇਟਾ ਹੈਪਲੋਇਡ ਡਿਪਲੋਇਡ ਸਿਸਟਮ ਦੇ ਵਿੱਚ ਇਸ ਦੇ ਵਿੱਚ ਕੀ ਹੈ ਕਿ ਜਿਹੜੀ ਤਾਂ ਹੈਗੀ ਹੈ ਫੀਮੇਲ ਚਾਹੇ ਦੀ ਉਹ ਵਰਕਰ ਹੈ ਅਤੇ ਚਾਹੇ ਦੀ ਉਹ ਕੁਈਨ ਹੈ। ਵਰਕਰ ਜਾਂ ਕੁਈਨ ਦੀ ਗੱਲ ਕਰੀਏ ਬੇਟਾ ਉਹ ਤਾਂ ਹੈਗੀ ਹੈ ਡਿਪਲੋਇਡ ਦਾ ਮਤਲਬ ਕ੍ਰੋਮੋਸੋਮ ਪੇਅਰਸ ਦੇ ਵਿੱਚ ਹੈਗੇ ਨੇ 2n ਨੰਬਰ ਆਫ ਕ੍ਰੋਮੋਸੋਮ ਹੈਗੇ ਨੇ। ਅਤੇ ਜੇ ਮੇਲ ਦੀ ਗੱਲ ਕਰੀਏ, ਡਰੋਨਸ ਦੀ ਗੱਲ ਕਰੀਏ, ਉਹ ਹੈਗੇ ਨੇ ਹੈਪਲੋਇਡ। ਪਤਾ ਲੱਗ ਗਿਆ ਨਾ। ਇਹਦਾ ਮਤਲਬ ਸਿਸਟਮ ਦੇ ਵਿੱਚ ਇੱਥੇ ਕੀ ਸਿਸਟਮ ਹੈ, ਇੱਥੇ ਇੱਕ ਬੜਾ ਸਿੰਪਲ ਸਿਸਟਮ ਸਾਡੇ ਕੋਲ ਆ ਗਿਆ ਕਿ ਜਿਹੜੇ ਤਾਂ ਹੈਪਲੋਇਡ ਆਰਗੈਨਿਜ਼ਮਸ ਹੈਗੇ ਨੇ ਉਹ ਤਾਂ ਹੈਗੇ ਨੇ ਮੇਲ ਹਨੀਬੀਜ਼ ਦੇ ਵਿੱਚ, ਅਤੇ ਜਿਹੜੀਆਂ ਆਪਣੇ ਕੋਲ ਡਿਪਲੋਇਡ ਹੈਗੀਆਂ ਨੇ ਉਹ ਕੀ ਨੇ, ਫੀਮੇਲਸ ਨੇ। ਤਾਂ ਹੁਣ ਹੋਏਗਾ ਕੀ, ਮੇਲ ਤਾਂ ਜਿਹੜੇ ਹੈਗੇ ਨੇ ਜਦੋਂ ਆਪਦੇ ਗੈਮੀਟ ਬਣਾਉਣਗੇ, ਕਿਉਂਕਿ ਉਹ ਤਾਂ ਪਹਿਲਾਂ ਹੀ ਹੈਪਲੋਇਡ ਨੇ, ਹੁਣ ਅੱਗੇ ਥੋੜ੍ਹੀ ਮਿਓਸਿਸ ਹੋਊਗੀ, ਤਾਂ ਇਹਦਾ ਮਤਲਬ ਇਹ ਗੈਮੀਟਸ ਕਿਵੇਂ ਬਣਾਉਣਗੇ, ਮਾਈਟੋਸਿਸ ਨਾਲ। ਯਾਦ ਰੱਖਣ ਵਾਲੀ ਗੱਲ ਹੈ, ਇਹ ਡਿਫਰੈਂਟ ਜਿਹੜਾ ਹੈਗਾ ਬਾਕੀ ਸਾਰਿਆਂ ਨਾਲੋਂ, ਕਿਉਂਕਿ ਇਹ ਪਹਿਲਾਂ ਹੀ ਹੈਪਲੋਇਡ ਸੀ। ਇਹਦਾ ਮਤਲਬ ਇਹਨੇ ਗੈਮੀਟਸ ਮਾਈਟੋਸਿਸ ਨਾਲ ਬਣਾਏ ਨੇ, ਤਾਂ ਇਹਦੇ ਗੈਮੀਟਸ ਹੈਪਲੋਇਡ ਬਣ ਗਏ, ਕਿਉਂਕਿ ਗੈਮੀਟਸ ਤਾਂ ਹੈਪਲੋਇਡ ਹੀ ਚਾਹੀਦੇ ਨੇ। ਤਾਂ ਹੁਣ ਫੀਮੇਲ ਕੀ ਸੀ, ਫੀਮੇਲ ਡਿਪਲੋਇਡ ਸੀ, ਤਾਂ ਉਹਨੇ ਗੈਮੀਟਸ ਕੀ ਬਣਾਤੇ, ਮਿਓਸਿਸ ਨਾਲ ਗੈਮੀਟਸ ਬਣਾਤੇ। ਦੋ ਗੈਮੀਟਸ ਬਣ ਗਏ, ਦੋਨੋਂ ਸੇਮ ਨੇ, ਇੱਕੋ ਜਿਹੇ ਗੈਮੀਟਸ ਨੇ। ਹੁਣ ਜੇ ਤਾਂ ਬੇਟਾ ਉਹ ਗੈਮੀਟਸ ਵਿਦਾਊਟ ਫਰਟੀਲਾਈਜੇਸ਼ਨ ਹੀ ਸਿੱਧਾ ਇੱਕ ਆਰਗੈਨਿਜ਼ਮ ਦੇ ਵਿੱਚ ਡਿਵੈਲਪ ਹੋ ਜਾਣ, ਜਦੋਂ ਫਰਟੀਲਾਈਜੇਸ਼ਨ ਨਹੀਂ ਹੋਈ ਤਾਂ ਜੇ ਗੈਮੀਟਸ ਹੈਪਲੋਇਡ ਸੀ ਤਾਂ ਇਹਦਾ ਮਤਲਬ ਜਿਹੜਾ ਇਹ ਤੋਂ ਇੰਡੀਵਿਜੂਅਲ ਬਣੂਗਾ ਉਹ ਵੀ ਤਾਂ ਹੈਪਲੋਇਡ ਹੋਏਗਾ, ਅਤੇ ਹੈਪਲੋਇਡ ਆਰਗੈਨਿਜ਼ਮ ਹੈਗਾ ਕੀ ਹੈ, ਮੇਲ। ਤਾਂ ਇਸ ਤਰੀਕੇ ਨਾਲ ਤਾਂ ਬਣਦੇ ਨੇ ਮੇਲ। ਬਟ ਹੁਣ ਜੇ ਇਹ ਗੈਮੀਟ ਇੱਕ ਮੇਲ ਵਾਲੇ ਗੈਮੀਟ ਨਾਲ ਕੰਬਾਈਨ ਕਰ ਜਾਂਦਾ ਹੈ, ਸੈਕਸ਼ੂਅਲ ਰੀਪਰੋਡਕਸ਼ਨ ਹੋ ਜਾਂਦੀ ਹੈ, ਤਾਂ ਇੱਥੇ ਆ ਗਿਆ ਆਪਣੇ ਕੋਲ 32 ਨੰਬਰ। ਇਹਦਾ ਮਤਲਬ ਡਿਪਲੋਇਡ, ਅਤੇ ਡਿਪਲੋਇਡ ਹੈਗਾ ਕੀ ਸੀ, ਫੀਮੇਲ। ਇਹਦਾ ਮਤਲਬ ਇਹ ਹੋਏਗੀ ਵਰਕਰ ਅਤੇ ਜਾਂ ਹੋਏਗੀ ਕੁਈਨ। ਅਤੇ ਵਰਕਰ ਕਿਵੇਂ ਬਣਦੀ ਹੈ, ਕੁਈਨ ਕਿਵੇਂ ਬਣਦੀ ਹੈ, ਇਹ ਵੀ ਜਿਹੜਾ ਹੈਗਾ ਕਾਸਟ ਸਿਸਟਮ ਦੇ ਵਿੱਚ ਜਾ ਕੇ ਪੜ੍ਹਨ ਵਾਲੀ ਗੱਲ ਹੈ। ਇੱਥੇ ਇਨਵਾਇਰਮੈਂਟਲ ਫੈਕਟਰ ਜਿਹੜਾ ਹੈਗਾ ਉਹ ਕੰਮ ਕਰਦਾ, ਉਹਨਾਂ ਦਾ ਜਿਹੜਾ ਹੈਗਾ ਡਾਈਟ ਉਹਨਾਂ ਦੀ ਜਿਹੜੀ ਕੰਮ ਕਰਦੀ ਹੈ। ਚਲੋ ਸਾਡਾ ਉਹ ਟੌਪਿਕ ਨਹੀਂ ਹੈ, ਸਾਡਾ ਟੌਪਿਕ ਜਸਟ ਇੱਥੇ ਇੰਨਾ ਕੁ ਹੈਗਾ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਸ ਦੇ ਵਿੱਚ ਸੈਕਸ ਜਿਹੜਾ ਹੈਗਾ ਉਹ ਡਿਟਰਮਿਨ ਕੀਤਾ ਜਾਂਦਾ। ਇਸ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਦੇ ਲਈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹ ਤਾਂ ਹੈਗਾ ਜੀ ਡਰੋਨ ਦੇ ਵਿੱਚ ਦੇਖੋ ਮੈਂ ਇੱਕੋ ਹੀ ਨਿਊਕਲੀਅਸ ਦਿਖਾਇਆ, ਇਹਦਾ ਮਤਲਬ ਮੈਂ ਇਸ ਦੀ ਗੱਲ ਕਰ ਰਿਹਾ ਕਿ ਹੈਪਲੋਇਡ ਹੈ। ਇਹ ਹੈਗੀ ਹੈ ਜੀ ਕੁਈਨ, ਤਾਂ ਇਹ ਕੀ ਹੈ, ਡਿਪਲੋਇਡ ਹੈ। ਇੱਕ ਗੱਲ ਹੋਰ ਯਾਦ ਰੱਖੋ, ਵਰਕਰ ਜਿਹੜੀ ਹੈਗੀ ਆ ਉਹ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਪਾਰਟੀਸਪੇਟ ਨਹੀਂ ਕਰਦੀ, ਉਸ ਦੇ ਕੰਮ ਇਨਡੋਰ ਅਤੇ ਆਊਟਡੋਰ ਡਿਊਟੀਜ਼ ਨੇ। ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਪਾਰਟੀਸਪੇਟ ਕਰਨਾ ਕੁਈਨ ਦਾ ਕੰਮ ਹੈ ਜਾਂ ਡਰੋਨਸ ਦਾ ਕੰਮ ਹੈ। ਤਾਂ ਜਿਹੜੀ ਫੀਮੇਲ ਪਾਰਟੀਸਪੇਟ ਕਰ ਰਹੀ ਹੈ ਉਹ ਕੁਈਨ ਹੈ, ਅਤੇ ਇੱਧਰ ਡਰੋਨ ਨੇ ਤਾਂ ਕੀ ਹੈ, ਇੱਕ ਤਰ੍ਹਾਂ ਦੀ ਗੈਮੀਟਸ ਬਣਾਉਣੇ ਹੈ। ਇੱਕ ਤਰ੍ਹਾਂ ਦੇ ਗੈਮੀਟਸ ਇਸ ਕਰਕੇ ਬਣਾਉਣੇ ਹੈ ਕਿਉਂਕਿ ਕੀ ਹੈ, ਇੱਥੇ ਗੈਮੀਟ ਫਾਰਮੇਸ਼ਨ ਦੇ ਟਾਈਮ 'ਤੇ ਮਿਓਸਿਸ ਕੋਈ ਨਹੀਂ ਹੁੰਦੀ, ਇੱਥੇ ਗੈਮੀਟ ਫਾਰਮੇਸ਼ਨ ਦੇ ਟਾਈਮ 'ਤੇ ਕੀ ਹੁੰਦੀ ਹੈ, ਮਾਈਟੋਸਿਸ ਹੁੰਦੀ ਹੈ। ਕੁਈਨ ਜਿਹੜੀ ਹੈਗੀ ਆ ਉਹਨੇ ਮਿਓਸਿਸ ਕੀਤੀ ਅਤੇ ਮਿਓਸਿਸ ਕਰਕੇ ਦੋ ਗੈਮੀਟਸ ਬਣਾਤੇ। ਇਹਨਾਂ ਦੇ ਵਿੱਚੋਂ ਜੇ ਤਾਂ ਇਹ ਗੈਮੀਟਸ ਵਿਦਾਊਟ ਫਰਟੀਲਾਈਜੇਸ਼ਨ ਸਿੱਧਾ ਹੀ ਡਿਵੈਲਪ ਹੋ ਜਾਣਗੇ ਤਾਂ ਇਹ ਬਣ ਜਾਣਗੇ ਡਰੋਨ, ਤਾਂ ਇਹ ਆਪਣੇ ਕੋਲ ਜਿਹੜਾ ਹੈਗਾ ਹੈਪਲੋਇਡ ਆਰਗੈਨਿਜ਼ਮ ਬਣ ਗਏ। ਬਟ ਜੇ ਉਹ ਫਰਟੀਲਾਈਜ਼ ਹੋ ਗਿਆ, ਫਰਟੀਲਾਈਜ਼ ਹੋਣ ਤੋਂ ਬਾਅਦ 'ਚ ਡਿਪਲੋਇਡ ਬਣ ਗਿਆ, ਤਾਂ ਡਿਪਲੋਇਡ ਜੇ ਬਣ ਗਿਆ ਬੇਟਾ, ਤਾਂ ਡਿਪਲੋਇਡ ਬਣਨ ਤੋਂ ਬਾਅਦ ਜਿਹੜਾ ਹੈਗਾ ਡਿਪਲੋਇਡ ਆਰਗੈਨਿਜ਼ਮ ਕੀ ਹੋਣਗੇ, ਫੀਮੇਲ ਕੀ ਹੋ ਸਕਦੀ ਹੈ, ਵਰਕਰ ਵੀ ਹੋ ਸਕਦੀ ਹੈ, ਅਤੇ ਉਹ ਕੁਈਨ ਵੀ ਹੋ ਸਕਦੀ ਹੈ। ਤਾਂ ਇਹਦੇ ਵਿੱਚ ਜਿਹੜੀ ਕੁਈਨ ਹੈ ਤਾਂ ਫਰਟਾਈਲ ਹੁੰਦੀ ਹੈ, ਉਹ ਅੱਗੇ ਰੀਪਰੋਡਕਸ਼ਨ ਕਰ ਸਕਦੀ ਹੈ। ਵਰਕਰ ਸਟੈਰਾਈਲ ਹੁੰਦੇ ਨੇ, ਇਹ ਅੱਗੇ ਰੀਪਰੋਡਕਸ਼ਨ ਨਹੀਂ ਕਰ ਸਕਦੀਆਂ ਵਰਕਰਸ। ਬਾਕੀ ਜਿਹੜੇ ਹੈਗੇ ਨੇ ਹਾਈਵ ਦੇ ਹੋਰ ਸਾਰੇ ਕੰਮ ਇਹ ਵੇਖਦੀਆਂ ਨੇ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਹੈਪਲੋਇਡ ਡਿਪਲੋਇਡ ਸਿਸਟਮ ਸਮਝ ਲੱਗ ਗਿਆ ਹੋਏਗਾ। ਇਹਦੇ ਵਿੱਚ ਸਿੱਧੀ ਜੀ ਗੱਲ ਹੈ ਕਿ ਜਿਹੜਾ ਡਿਪਲੋਇਡ ਹੈਗਾ ਉਹ ਤਾਂ ਹੈਗਾ ਫੀਮੇਲ, ਅਤੇ ਜਿਹੜਾ ਹੈਪਲੋਇਡ ਹੈਗਾ ਉਹ ਕੀ ਹੈ, ਮੇਲ। ਸੋ ਇਹ ਸੀਗਾ ਆਪਣਾ ਇਹ, ਤਾਂ ਇਹ ਚੀਜ਼ ਇੱਥੇ ਐਕਸਪਲੇਨ ਕੀਤੀ ਹੋਈ ਹੈ, ਲਿਖਿਆ ਵੀ ਹੋਇਆ ਕਿ ਹਨੀ ਬੀ ਦੇ ਸੈਕਸ ਟਰਮੀਨੇਸ਼ਨ ਕਰਵਾਏ ਹੈਪਲੋਡਿਪਲੋਇਡੀ। ਸੋ ਡਾਇਗਰਾਮ ਦੇ ਵਿੱਚ ਸ਼ੋਨ ਕੀਤਾ ਹੋਇਆ ਮੇਲ ਡਰੋਨਸ ਜਿਹੜੇ ਹੈਗੇ ਨੇ ਉਹ ਅਨਫਰਟੀਲਾਈਜ਼ਡ ਐਗ ਤੋਂ ਡਿਵੈਲਪ ਹੁੰਦੇ ਨੇ, ਅਤੇ ਜਿਹੜੀ ਕੁਈਨ ਅਤੇ ਫੀਮੇਲ ਵਰਕਰਸ ਹੈਗੀਆਂ ਨੇ ਦੇ ਡਿਵੈਲਪ ਫਰੋਮ ਦਾ ਫਰਟੀਲਾਈਜ਼ਡ ਐਗ। ਸੋ ਇਹ ਸਾਰੇ ਨੂੰ ਤੁਸੀਂ ਜਿਹੜਾ ਹੈਗਾ ਪੜ੍ਹਨਾ ਹੈਗਾ। ਤਾਂ ਇਸ ਨੂੰ ਬੇਟਾ ਜੇ ਅਸੀਂ ਸਮ ਅਪ ਕਰਨ ਦੀ ਕੋਸ਼ਿਸ਼ ਕਰੀਏ, ਜਿੰਨਾ ਅਸੀਂ ਹੁਣ ਤੱਕ ਪੜ੍ਹਿਆ ਹੈ, ਅੱਜ ਜਿਹੜਾ ਇਹ ਟੌਪਿਕ ਅਸੀਂ ਇੰਪੋਰਟੈਂਟ ਟੌਪਿਕ ਜਿਹੜਾ ਕਵਰ ਕੀਤਾ ਹੈ, ਇਹ 'ਚ ਹੈ ਐਕਸ ਵਾਈ ਸਿਸਟਮ। ਐਕਸ ਵਾਈ ਸਿਸਟਮ ਜਿਹੜਾ ਮੈਮਲਸ ਦੇ ਵਿੱਚ ਹੈ ਅਤੇ ਡਰੋਸੋਫਿਲਾ ਦੇ ਵਿੱਚ ਵੀ ਸੀਗਾ। ਇਹਦੇ 'ਚ ਐਕਸ ਦਾ ਮਤਲਬ ਫੀਮੇਲ, XY ਦਾ ਮਤਲਬ ਮੇਲ। X0 ਇਹ ਗ੍ਰਾਸਹੋਪਰਸ ਦੇ ਵਿੱਚ ਸੀਗਾ। ਇਹਨਾਂ ਦੋਨੋਂ ਸਿਸਟਮ ਦੇ ਵਿੱਚ ਪਹਿਲੇ ਦੋਨੋਂ ਕੇਸਿਸ ਦੇ ਵਿੱਚ ਜਿਹੜਾ ਹੈਗਾ ਮੇਲ ਜਿਹੜੇ ਹੈਗੇ ਨੇ ਉਹ ਹੈਟਰੋਗੈਮੀਟਿਕ ਹੈਗੇ ਨੇ,
ਦੈਨ ਸਾਡੇ ਕੋਲ ਸਿਸਟਮ ਆ ਗਿਆ ZW ਐਂਡ Z0। Z0 ਤੇ ZW ਸਿਸਟਮ ਦੇ ਵਿੱਚ ਜਿਹੜਾ ਹੈਗਾ ਮੇਲ ਕੀ ਹੈ, ਹੋਮੋਗੈਮੇਟਿਕ ਹੈ। ਦੈਨ ਇਹਨਾਂ ਤੋਂ ਸਾਰਿਆਂ ਤੋਂ ਅਲੱਗ ਹੀ ਜਿਹੜਾ ਹੈਗਾ ਆਪਣੇ ਕੋਲ ਸਿਸਟਮ ਆ ਗਿਆ ਹੈਪਲੋਡਿਪਲੋਇਡ ਆਰਗੈਨਿਜ਼ਮ। ਹੈਪਲੋਡਿਪਲੋਇਡ ਆਰਗੈਨਿਜ਼ਮ ਦੀ ਐਗਜ਼ਾਮਪਲ ਹੈ ਹਨੀ ਬੀ। ਤਾਂ ਇਹ ਸਾਰਾ ਬੇਟਾ ਸੀਗਾ ਇਸ ਦਾ ਸਮ ਅਪ ਕੀਤਾ ਹੋਇਆ। ਇਸ ਦੇ ਵਿੱਚ ਇੱਕ ਚੀਜ਼ ਜਿਹੜੀ ਹੈਗੀ ਉਹ ਨਹੀਂ ਲਿਖੀ, Z0 ਵਾਲਾ ਸਿਸਟਮ, ਜਿਹੜਾ ਕਿ ਕੁਝ ਕੁ ਮੌਥਸ ਤੇ ਬਟਰਫਲਾਈਜ਼ ਦੇ ਵਿੱਚ ਸੀਗਾ, ਬਾਕੀ ਮੌਥਸ ਤੇ ਬਟਰਫਲਾਈਜ਼ ਦੇ ਵਿੱਚ ਸੀਗਾ ZW ਸਿਸਟਮ। ਮੈਂ ਬਾਰ-ਬਾਰ ਇਸ ਚੀਜ਼ ਨੂੰ ਇਸ ਕਰਕੇ ਰਿਪੀਟ ਕਰ ਰਹੇ ਹਾਂ ਕਿ ਤੁਹਾਨੂੰ ਸਮਝ ਲੱਗ ਜੇ, ਯਾਦ ਹੋ ਜੇ। ਸੋ ਇਹ ਸੀਗਾ ਬੇਟਾ ਸੈਕਸ ਟਰਮੀਨੇਸ਼ਨ ਇਨ ਆਰਗੈਨਿਜ਼ਮਸ। ਸੋ ਇਹ ਆਪਣਾ ਅੱਜ ਦਾ ਟੌਪਿਕ ਸੀਗਾ। ਸੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਟੌਪਿਕ ਵਧੀਆ ਤਰੀਕੇ ਨਾਲ ਸਮਝ ਲੱਗਿਆ ਹੋਵੇਗਾ। ਬੜਾ ਸਿੰਪਲ ਟੌਪਿਕ ਹੈ, ਕੁਐਸਚਨਸ ਬਹੁਤ ਬਣਦੇ ਹੈ। ਕੁਐਸਚਨ ਇਹਦੇ ਵਿੱਚੋਂ ਕਿਹੋ ਜਿਹੇ ਬਣਦੇ ਹੈ ਇਹ ਆਪਾਂ ਨੈਕਸਟ ਵੀਡੀਓ ਜਦੋਂ ਆਪਣਾ ਚੈਪਟਰ ਖਤਮ ਹੋਣ ਵਾਲਾ, ਲਾਸਟ ਟੌਪਿਕ ਸਾਡਾ ਇਸ ਤੋਂ ਬਾਅਦ 'ਚ ਆਏਗਾ, ਤਾਂ ਸਾਰੇ ਜਿਹੜੇ ਕੁਐਸਚਨਸ ਬਣਦੇ ਤੁਹਾਡੇ ਨਾਲ ਬਿਲਕੁਲ ਡਿਸਕਸ ਕੀਤੇ ਜਾਣਗੇ। ਸੋ ਬੇਟਾ ਇੱਥੋਂ ਤੱਕ ਤੁਸੀਂ ਅੱਜ ਪੜ੍ਹਨਾ ਹੈ ਅਤੇ ਨਾਲ ਦੀ ਨਾਲ ਇਸ ਦੇ ਨੋਟਸ ਬਣਾ ਕੇ ਜਿਵੇਂ ਤੁਸੀਂ ਹੁਣ ਤੱਕ ਕਰਦੇ ਆ ਰਹੇ ਹੋ ਬਿਲਕੁਲ ਉਸੇ ਤਰੀਕੇ ਨਾਲ ਹੀ ਮੈਨੂੰ ਨੋਟਸ ਦੀਆਂ ਫੋਟੋਗ੍ਰਾਫਸ ਜਿਹੜੀਆਂ ਭੇਜਣੀਆਂ ਨਾ ਭੁੱਲਿਆ ਕਰੋ। ਮੈਂ ਉਹਨਾਂ ਨੂੰ ਪੜ੍ਹਦਾ ਹੁੰਦਾ, ਮੈਨੂੰ ਪਤਾ ਲੱਗ ਜਾਂਦਾ ਕਿ ਤੁਹਾਨੂੰ ਟੌਪਿਕ ਕਿਸ ਤਰੀਕੇ ਨਾਲ ਸਮਝ ਲੱਗਿਆ ਹੈਗਾ। ਅਤੇ ਜੇ ਕਿਸੇ ਸਟੂਡੈਂਟ ਦਾ ਡਾਊਟ ਹੁੰਦਾ ਤਾਂ ਸਕਰੀਨ ਦੇ ਉੱਤੇ ਮੇਰਾ ਮੋਬਾਈਲ ਨੰਬਰ ਦਿੱਤਾ ਹੋਇਆ ਹੈ, ਇਸ ਮੋਬਾਈਲ ਨੰਬਰ ਦੇ ਉੱਤੇ ਮੇਰੇ ਨਾਲ ਕਿਸੇ ਵੀ ਟਾਈਮ 'ਤੇ ਕੰਟੈਕਟ ਕਰ ਸਕਦਾ ਹੈ। ਸੋ ਬੇਟਾ ਇਹ ਸੀ ਆਪਣਾ ਅੱਜ ਦਾ ਟੌਪਿਕ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮੱਚ।